आवो सिख सतगुरु के प्यारिओ, गावो सच्ची बाणी। बाणी तां गावो गुरु केरी, बाणियां सिर बाणी। जिनको नदर कर्म होवै, हृदय तिना समाणी। पीवो अमृत सदा रहो हर रंग, जप्यो सारंग पाणी। कह नानक सदा गावो, एह सच्ची बाणी। बाणी गुरु गुरु है बाणी, विच बाणी अमृत सारे। गुरु बाणी कहे सेवक जन मानै, परतख गुरु निस्तारे। गुण गोबिंद गायो नहीं, जन्म अकारथ की। कहो नानक हर भज मना, जे बिद जल कौमी। एक ओंकार सतनाम करता पुरख, निर्भौ निर्वैर अकाल मूरत। अजूनी सैभं गुर प्रसाद। तनासरी महला नौवां। अब मैं कौन उपाऊ करूं, जे बिद मन को संसा चुकै। भौ निद पार परों, अब मैं कौन उपाऊ करूं, जिह बिद मन को संसा चुकै। भौ निद पार परों रहा। जन्म पाए कछ भलो न कीनो, ताते अदक डरों। मन बच क्रम हर गुण नहीं गाए, जे जी सोच धरों। गुरमत सुना गुरमत सुन, कछ ज्ञान न उपजो। पछ ज्यों उदर भरों। कहो नानक प्रभु बिरद पछानो, तब हों पतत तरों।
ਗੁਰਮਤਿ ਸੁਨਾ ਕਛ ਗਿਆਨ ਨ ਉਪਜਿਓ, ਪਛ ਜਿਉ ਉਦਰ ਭਰੋ। ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਾਬੋ ਹੋਂ ਪਤਤ ਤਰੋ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤਿੰਨਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਇਹ 2 ਰੋਜ਼ਾ ਗੁਰਮਤਿ ਸਮਾਗਮ, ਜਿਸ ਵਿੱਚ ਆਪ ਜੀ ਕੱਲ੍ਹ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ, ਅੱਜ ਦੂਸਰੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਜਿੱਥੇ ਸੋਦਾ ਰਹਿਰਾਸ ਦੀ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ ਹੈ, ਉਸ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਹੋਣਾ ਦੇ ਜਥੇ ਪਾਸੋਂ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸੁਣਿਆ ਹੈ। ਉਹਨਾਂ ਤੋਂ ਬਾਅਦ ਬਹੁਤ ਹੀ ਪਿਆਰਾ ਬੱਚਾ, ਬਹੁਤ ਹੀ ਮਿੱਠੀ ਤੇ ਪਿਆਰੀ ਆਵਾਜ਼ ਵਿੱਚ ਸਤਿਗੁਰ ਦੀ ਪਾਵਨ ਬਾਣੀ ਦਾ ਸ਼ਬਦ ਸਾਨੂੰ ਸਾਰਿਆਂ ਨੂੰ ਸਰਵਣ ਕਰਾਇਆ ਹੈ। ਜਦੋਂ ਇੱਦਾਂ ਦੇ ਬੱਚੇ ਆਪਾਂ ਸਟੇਜਾਂ 'ਤੇ ਕੀਰਤਨ, ਕਵਿਤਾਵਾਂ, ਲੈਕਚਰ ਕਰਦੇ ਹਾਂ, ਸੁਣਦੇ ਹਾਂ, ਤਾਂ ਉਹਨਾਂ ਮਾਪਿਆਂ ਨੂੰ ਇਹ ਆਪਣੇ ਆਪ ਵਿੱਚ ਇੱਕ ਜਵਾਬ ਮਿਲ ਜਾਂਦਾ ਹੈ ਵੀ ਜਿਹੜੇ ਕਹਿੰਦੇ ਸਾਡੇ ਬੱਚੇ ਸਾਡੇ ਆਖੇ ਨਹੀਂ ਲੱਗਦੇ, ਵਾਸਤਵ ਵਿੱਚ ਆਖੇ ਲੱਗਦੇ ਨੇ ਜੇ ਅਸੀਂ ਲਾਉਣਾ ਚਾਹੀਏ ਤਾਂ। ਜੇ ਸਾਡੇ ਘਰ ਦਾ ਮਾਹੌਲ ਐਸਾ ਹੋਏਗਾ, ਬੱਚਿਆਂ ਦੇ ਉੱਤੇ ਅਸਰ ਜ਼ਰੂਰ ਪੈਂਦਾ ਹੈ। ਘਰ ਦੁਕਾਨ ਹੋਵੇ, ਦੁਕਾਨਦਾਰ ਦੇ ਬੱਚੇ ਨੂੰ ਦੁਕਾਨ 'ਤੇ ਸੌਦਾ ਤੋਲਣ ਦੀ ਜਾਚ ਸਿਖਾਉਣ ਦੀ ਲੋੜ ਨਹੀਂ ਪੈਂਦੀ। ਉਹ ਬਾਪ ਵੱਲ ਵੇਖ ਵੇਖ ਕੇ ਰੋਜ਼ ਗਾਹਕ ਅਟੈਂਡ ਕਰਨੇ ਸਿੱਖ ਜਾਂਦਾ ਹੈ। ਕਿਸਾਨ ਆਪਣੇ ਪੁੱਤਰ ਨੂੰ ਟਰੈਕਟਰ, ਕੰਪਾਈਨ, ਜਿੰਨੇ ਵੀ ਸਾਧਨ ਖੇਤੀ ਲਈ ਵਰਤੇ ਜਾਂਦੇ ਨੇ, ਉਹਨੂੰ ਕਿਤੇੋਂ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਪੈਂਦੀ। ਤਾਏ ਵੱਲ, ਚਾਚੇ ਵੱਲ, ਵੱਡੇ ਭਰਾ ਵੱਲ, ਪਿਤਾ ਵੱਲ ਵੇਖ ਵੇਖ ਕੇ ਉਹਨਾਂ ਦੇ ਬੱਚੇ ਵੀ ਉਹ ਸਾਧਨ ਚਲਾਉਣੇ ਸਿੱਖ ਜਾਂਦੇ ਨੇ। ਸਭ ਤੋਂ ਸੌਖੀ ਐਗਜ਼ਾਮਪਲ ਹੈ, ਸੌਖੀ ਤੇ ਸਾਦੀ, ਜਿਹੜੀ ਹਰ ਵਿਅਕਤੀ ਨੂੰ ਸਮਝ ਆ ਸਕਦੀ ਹੈ। ਮੋਬਾਈਲ ਹਰ ਬੰਦੇ ਕੋਲ ਹੈ, ਛੋਟੇ ਬੱਚੇ ਤੋਂ ਬਿਨਾਂ, ਜਿਹੜਾ ਅਜੇ ਦੁੱਧ ਪੀਂਦਾ ਹੈ। ਜਦੋਂ ਉਹਨੂੰ ਸੰਭਾਲ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹ ਮੰਗਦਾ ਹੈ ਮਾਂ ਵੱਲ ਵੇਖ ਕੇ, ਮੈਨੂੰ ਵੀ ਦਿਓ। ਜਦੋਂ ਤੱਕ ਸਾਨੂੰ ਲੱਗਦਾ ਵੀ ਇਹਦੀ ਪਹੁੰਚ ਨਹੀਂ, ਬਾਜ਼ਾਰੋਂ ਲਿਆ ਦਿੰਦੇ ਆਰਟੀਫਿਸ਼ਲ, ਨਕਲੀ, ਉੱਦਾਂ ਹੀ ਲਾਈਟਾਂ ਜਗਦੀਆਂ ਨੇ, ਉੱਦਾਂ ਲਾਈਟਾਂ ਬੁਝਦੀਆਂ ਨੇ। ਜਦੋਂ ਹੌਲੀ ਹੌਲੀ ਉਹਦੀ ਫਿਰ ਸੁਰਤ ਸੰਭਲਦੀ ਹੈ, ਉਹਦਾ ਨਹੀਂ ਤੁਹਾਡੇ ਵਰਗਾ ਲੈਣਾ ਹੈ ਜਿਹਦੇ ਵਿੱਚੋਂ ਆਵਾਜ਼ ਆਉਂਦੀ ਹੈ। ਕੋਈ ਬੰਦਾ ਦੱਸੇ ਸੰਗਤ ਵਿੱਚ ਬੈਠਾ, ਕੋਈ ਭੈਣ, ਕਿ ਅਸੀਂ ਮੋਬਾਈਲ ਚਲਾਉਣ ਦੀ ਟ੍ਰੇਨਿੰਗ ਕਿਸੇ ਸਕੂਲ ਵਿੱਚੋਂ ਜਾ ਕੇ ਲਈ ਹੈ, ਖਰੀਦ ਲਿਆਂਦਾ, ਚਲਾਉਣਾ, ਬੋਲੋ ਸਾਰੇ, ਟ੍ਰੇਨਿੰਗ ਤੇ ਨਹੀਂ ਲਈ। ਕੋਈ ਆਪਣੇ ਘਰ 'ਚ ਮੈਂਬਰ ਕਹੇ ਮੈਨੂੰ ਵੀ ਮੋਬਾਈਲ ਲਿਆ ਕੇ ਦਿਓ, ਪਿਤਾ ਜੀ ਕਹਿਣ ਵੀ ਬੱਚਿਓ ਤੁਹਾਡੇ ਕੋਲ ਵਧੀਆ ਵਧੀਆ, ਮੈਨੂੰ ਵੀ ਲੈ ਦਿਓ, ਤੇ ਆਪਾਂ ਕਹੀਏ ਪਾਪਾ ਜੀ ਪਹਿਲਾਂ ਇਹਨੂੰ ਚਲਾਉਣਾ ਸਿੱਖ ਲਓ। ਇੱਦਾਂ ਹੁੰਦਾ ਹੀ ਨਹੀਂ, ਉਹਨੂੰ ਪਤਾ ਜਦੋਂ ਮੇਰੇ ਕੋਲ ਆ ਗਿਆ ਮੈਂ ਚਲਾਉਣਾ ਆਪਣੇ ਆਪ ਸਿੱਖ ਲੈਣਾ, ਕਿਉਂਕਿ ਜਿਹੜੀ ਚੀਜ਼ ਕੋਲ ਹੋਏਗੀ ਉਹਦੀ ਵਰਤੋਂ ਕਰੋਗੇ ਤੁਸੀਂ। ਤੋ ਜੇ ਅਸੀਂ ਇਹ ਮੋਬਾਈਲ ਚਲਾਉਣਾ ਸਿੱਖ ਸਕਦੇ ਹਾਂ, ਟੀਵੀ, LED, LCD ਇਹ ਚਲਾਉਣਾ ਸਿੱਖ ਸਕਦੇ ਹਾਂ, ਦੁਕਾਨਾਂ 'ਤੇ ਵਪਾਰ, ਬਿਜ਼ਨਸ, ਧੰਦਾ ਕਰਨਾ ਸਿੱਖ ਸਕਦੇ ਹਾਂ, ਤੇ ਜੇ ਘਰਾਂ 'ਚ ਬਾਣੀ ਦੀਆਂ ਪੋਥੀਆਂ ਹੁੰਦੀਆਂ ਤੇ ਪਾਠ ਕਰਨਾ ਕਿਉਂ ਨਾ ਸਿੱਖਦੇ? ਜੇ ਘਰਾਂ 'ਚ ਬਾਣੀ ਦੀਆਂ ਪੋਥੀਆਂ ਹੁੰਦੀਆਂ ਇਹ ਕਿਉਂ ਨਾ ਸਿੱਖਦੇ? ਪਰ ਸਾਡਾ ਇਸ ਬੰਨੇ ਧਿਆਨ ਨਹੀਂ। ਅਸੀਂ ਇਹਨੂੰ ਆਪਣੀ ਜ਼ਿੰਦਗੀ ਦਾ ਇੱਕ ਵਾਧੂ ਵਿਸ਼ਾ ਬਣਾ ਲਿਆ। ਜਿਵੇਂ
ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਇੱਕ ਵਾਧੂ ਵਿਸ਼ਾ ਹੁੰਦਾ ਕਿ ਕਰ ਲੋਗੇ ਤੇ ਐਕਸਟਰਾ ਨੰਬਰ ਲੱਗ ਜਾਣਗੇ, ਨਹੀਂ ਤੇ ਜ਼ਰੂਰੀ ਨਹੀਂ। ਪਰ ਉਹ ਵਾਧੂ ਵਿਸ਼ਾ ਬਹੁਤ ਬੱਚੇ ਕਰਦੇ ਨੇ ਕਿ ਮੇਰੇ ਨੰਬਰ ਹੋਰ 4 ਜੁੜ ਜਾਣਗੇ, ਮੈਂ ਫਸਟ ਡਿਵੀਜ਼ਨ ਲੈ ਕੇ ਪਾਸ ਹੋਵਾਂਗਾ। ਗੁਰਮਤ ਵਾਧੂ ਵਿਸ਼ਾ ਨਹੀਂ, ਗੁਰਮਤ ਜ਼ਰੂਰੀ ਵਿਸ਼ਾ ਹੈ। ਇਹਨੂੰ ਅਸੀਂ ਆਪਣੀ ਜ਼ਿੰਦਗੀ ਦਾ ਵਾਧੂ ਵਿਸ਼ਾ ਬਣਾ ਲਿਆ। ਜਿਹੜਾ ਮੇਨ ਵਿਸ਼ਾ ਸੀ ਉਹਨੂੰ ਅਸੀਂ ਆਪਣੀ ਜ਼ਿੰਦਗੀ 'ਚ ਵਾਧੂ ਵਿਸ਼ਾ ਬਣਾ ਲਿਆ। ਇਸੇ ਕਰਕੇ ਅੱਜ ਪਰੇਸ਼ਾਨੀਆਂ ਨੇ, ਇਸੇ ਕਰਕੇ ਅੱਜ ਚਿੰਤਾਵਾਂ ਨੇ, ਇਸੇ ਕਰਕੇ ਅੱਜ ਝੋਰੇ ਨੇ। ਸਤਿਗੁਰ ਦੀ ਬਾਣੀ ਸਾਨੂੰ ਇਹਨਾਂ ਸਾਰੀਆਂ ਬਿਮਾਰੀਆਂ 'ਚੋਂ ਬਾਹਰ ਕੱਢਦੀ ਹੈ ਤੇ ਜ਼ਿੰਦਗੀ ਜਿਉਣ ਦਾ ਤਰੀਕਾ ਬਖਸ਼ਿਸ਼ ਕਰਦੀ ਹੈ। ਧਨਾਸਰੀ ਰਾਗ ਵਿੱਚ ਗੁਰੂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਦਾ ਆਪਾਂ ਸਾਰਿਆਂ ਨੇ ਪਾਠ ਸਰਵਣ ਕੀਤਾ। ਰਾਗ ਧਨਾਸਰੀ ਹੈ, 685 ਅੰਕ ਹੈ ਗੁਰੂ ਗ੍ਰੰਥ ਸਾਹਿਬ ਦਾ। ਕਿੰਨਾ ਜੀ? 600। ਕਿਉਂਕਿ ਜਦੋਂ ਤੁਸੀਂ ਘਰ ਜਾਓ ਤੇ ਤੁਹਾਨੂੰ ਜਿਹੜੇ ਘਰ ਮੈਂਬਰ ਰਹਿ ਗਏ ਉਹ ਪੁੱਛਣ ਕਿਹੜੇ ਸ਼ਬਦ ਦੀ ਕਥਾ ਹੋਈ ਤੇ ਉਹਨਾਂ ਨੂੰ ਅੰਕ ਦੱਸਿਓ। 685 ਅੰਕ ਹੈ, ਰਾਗ ਧਨਾਸਰੀ ਹੈ, ਸ਼ਬਦ ਗੁਰੂ 9ਵੇਂ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਆਓ ਸਤਿਗੁਰੂ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਜਿਹੜੇ ਲਾਈਵ ਘਰਾਂ 'ਚ ਬੈਠੇ ਸੁਣ ਰਹੇ ਹੋ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਸੁਣ ਰਹੇ ਹੋ, ਸਾਰੇ ਜਾਣੇ ਆਪਣੀ ਹਾਜ਼ਰੀ ਲਵਾਓ ਤੇ ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਕੱਲ ਕੀਤਾ ਸੀ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰ ਸਾਰੇ ਰਲ ਕੇ ਸ਼ਬਦ ਨੂੰ ਗਾ ਲਈਏ, ਕਿਉਂਕਿ ਸਾਡਾ ਮਨ ਸ਼ਬਦ ਨੂੰ ਪਕੜ ਸਕੇ, ਮਨ ਸ਼ਬਦ ਦਾ ਰੂਪ ਬਣ ਸਕੇ, ਮਨ ਸ਼ਬਦ ਨੂੰ ਸਮਝ ਸਕੇ। ਉਹਦੇ ਵਾਸਤੇ ਮਨ ਦੇ ਟਿਕਾ ਲਈ ਇੱਕ ਵਾਰ ਸਾਰੇ ਜਾਣੇ ਇਹਨਾਂ ਬਾਣੀ ਦੀਆਂ ਤੁਕਾਂ ਨੂੰ ਰਲ ਕੇ ਪੜ੍ਹੀਏ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਜਾਣੇ ਲੈ ਵਿੱਚ ਸੁਰ ਵਿੱਚ ਗਾਉਣਾ ਹੈ। ਕਿਉਂਕਿ ਦੁਨਿਆਵੀ ਗੱਲਾਂ ਬਾਤਾਂ ਕਰਨ ਲੱਗਿਆਂ ਸੰਕੋਚ ਕਰਨਾ ਚਾਹੀਦਾ। ਕੋਈ ਮਾੜੀ ਗੱਲ ਕਰਦੇ ਹੋ ਤੇ ਝਿਜਕੋ, ਪਰ ਚੰਗਾ ਕੰਮ ਕਰਨ ਲੱਗਿਆਂ ਕਾਹਦੀ ਝਿਜਕ? ਪਾਪ ਕਰਤ ਸੁਕਚਿਓ ਨਹੀਂ। ਗੁਰੂ 9ਵੇਂ ਪਾਤਸ਼ਾਹ ਕਹਿੰਦੇ ਜਦੋਂ ਤੂੰ ਮਾੜਾ ਕੰਮ ਕਰਦਾ ਉਦੋਂ ਤੇ ਤੈਨੂੰ ਸੰਗ ਆਉਂਦੀ ਨਹੀਂ, ਚੰਗਾ ਕੰਮ ਕਰਨ ਲੱਗਿਆਂ ਤੈਨੂੰ ਸੰਗ ਆ ਜਾਂਦੀ ਹੈ। ਪਾਪ ਕਰਤ ਸੁਕਚਿਓ ਨਹੀਂ, ਨਹਿ ਗਰਭ ਨਿਵਾਰਿਓ। ਜਦੋਂ ਮੈਂ ਕਿਸੇ ਪ੍ਰਤੀ ਮਾੜਾ ਸੋਚਦਾ ਵਾਂ ਮੈਨੂੰ ਸੰਗ ਆਵੇ, ਉਦੋਂ ਸ਼ਰਮ ਆਵੇ। ਇਹ ਕੀ ਕਰਦਾ? ਪਰ ਕੰਮ ਉਲਟ ਹੁੰਦਾ ਹੈ। ਅਸੀਂ ਚੰਗਾ ਕੰਮ ਕਰਨ ਲੱਗਿਆਂ ਸੰਗਦੇ ਹਾਂ, ਮਾੜਾ ਕੰਮ ਕਰਨ ਲੱਗਿਆਂ ਕੋਈ ਸੰਗ ਸ਼ਰਮ ਹੈ ਹੀ ਨਹੀਂ। ਸਾਰੇ ਪੜੋ ਇੱਕ ਵਾਰ। कौन उपाओ करो अब मैं, कौन उपाओ करो, कौन उपाओ करो अब मैं, कौन उपाओ करो। कौन उपाओ करो अब मैं, कौन उपाओ करो, कौन उपाओ करो अब मैं, कौन उपाओ करो। वाह वाह। ਪਹਿਲਾਂ ਥੋੜੇ ਜਿਹੇ ਦੇ ਅਰਥ ਸਮਝ ਲਓ ਤਾਂ ਕਿ ਸ਼ਬਦ ਗਾਉਣਾ ਸੌਖਾ ਹੋ ਜਾਏ। ਜਦੋਂ ਕੋਈ ਬੰਦਾ ਬਿਮਾਰ ਹੋਵੇ ਤੇ ਬਿਮਾਰੀ ਲੰਬੀ ਹੋਵੇ, ਉਹ ਕਿਸੇ ਡਾਕਟਰ ਕੋਲੋਂ ਇਲਾਜ ਕਰਾਵੇ, ਗੱਲ ਬਣੇ ਨਾ, ਰੋਗ ਘਟਣ ਦੀ ਬਜਾਏ ਰੋਗ ਵੱਧਦਾ ਜਾਏ, ਫਿਰ ਉਹਨੂੰ ਕੋਈ ਹੋਰ ਦੱਸ ਪਾਏ ਕਿ ਫਲਾਣੇ ਹਸਪੀਟਲ ਜਾ, ਫਲਾਣੇ ਡਾਕਟਰ ਕੋ ਜਾ, ਉਹ ਡਾਕਟਰ ਚੇਂਜ ਕਰ ਲਵੇ, ਹਸਪੀਟਲ ਚੇਂਜ ਕਰ ਲਵੇ, ਫਿਰ ਉੱਥੋਂ ਜਾ ਕੇ ਦਵਾਈ ਲਵੇ, ਫਿਰ ਜਾ ਕੇ 5-7 ਮਹੀਨਿਆਂ ਬਾਅਦ, ਸਾਲ ਬਾਅਦ ਫਿਰ ਬਦਲ ਲੇ। ਸਾਰੀ ਜ਼ਿੰਦਗੀ ਕਈ ਵਾਰੀ ਮਨੁੱਖ ਵੈਦ ਬਦਲਦਾ ਰਹਿੰਦਾ। ਉਪਾਓ ਇਲਾਜ, ਇੱਥੇ ਗੱਲ ਸਰੀਰ ਦੀ ਬਿਮਾਰੀ ਦੀ ਨਹੀਂ ਹੋ ਰਹੀ, ਇੱਥੇ ਗੱਲ ਮਨੁੱਖ ਦੇ ਅੰਦਰ ਦੀ ਬਿਮਾਰੀ ਦੀ ਹੋ ਰਹੀ ਹੈ।
कहते हुण मैं किहड़ा उपाय करां, इलाज करावां, जे विध जिहड़े तरीके नाल मेरे मन का सहम दूर हो सके, मैं डर वाली जिंदगी चों बाहर निकला। हुण तुसीं कहो कि बंदा डरदा है, डरदा है, डर के जिंदगी जी रहा है। तो जिदन असीं पैदा होए सी डर साडे नाल नहीं सी हैगा। जिद्दां जिद्दां असीं जिंदगी विच होश संभालनी शुरू कीती, ज्यों ज्यों असीं काम करने शुरू कीते, नाल नाल डर खड़ा हुंदा गया। ये डर जन्म तो साडी जिंदगी च नहीं है। बाणी इस डर तो सानू रहत करदी है, भय तो रहत करदी है। अब मैं हुण मैं कौन, क्वेश्चन मार्क है, कौन उपाय करो जे विध जेड़े तरीके नाल जे विध मन को सेंसा चुकै, जेड़े तरीके नाल मेरे मन का सहम चुकिया जाए। तो भौ निध, भौ मीनिंग डर, निध कहते समुंदर। ये संसार डरां दा समुंदर है, जिहदे विच असीं तारियां ला रहे हैं। जिन्हां नूं तरना आ गया उन्हां दीयां बेड़ियां बन्ने लग गईयां, जिन्हां नूं तरना नहीं आया वो इस समुंदर विच डुब गए। भौ निध पार, परों पार लंघना। सारियां दियां जिंदगी रूपी बेड़ियां समुंदर विच ने। जिन्हां नूं मलाह मिल गया, जिन्हां नूं किश्ती मिल गई, वो तो लंघ है बन्ने। जिन्हां नूं ना मलाह मिलिया ना मिलिया जहाज किश्ती, वो डुब गए। एवें थोड़ा सतगुरु ने कहा सी सतगुरु है बोह था, विरले, सारे बोलो विरले किने विचारिया। सतगुरु जहाज है पर सारे मनण नूं तैयार ने। इसे करके अज साडी जिंदगी दियां ये किश्तियां बेड़ियां मंझ धार दे विच डुब रहीआं ने। आओ सारे पढ़ो। कौन उपाय करूं अब मैं, कौन उपाय करूं, कौन उपाय, जे बिद मन को सेंसा चूकै, जे बिद मन को सेंसा चूकै, भौ निध पार परों अब मैं कौन उपाय करूं, कौन उपाय करूं अब मैं कौन उपाय करूं। वाह वाह। जन्म पाए कछ भलो न कीनो, जन्म पाए कछ भलो न कीनो, ताते अदक डरों अब मैं कौन उपाय करूं, कौन उपाय करूं अब मैं कौन उपाय करूं। वाह वाह। मन बच क्रम हर गुण नहीं गाए, मन बच क्रम हर गुण नहीं गाए। वाह वाह। मन बच क्रम हर गुण नहीं गाए, मन बच क्रम हर गुण नहीं गाए। जे जी सोच तरो अब मैं कौन उपाय करूं,
कौन उपाय करूं अब मैं, कौन उपाय करूं। वाह वाह। गुरमत सुन कछ ज्ञान न उपजो, गुरमत सुन कछ ज्ञान न उपजो। पाछ ज्यों उधर परों अब मैं कौन उपाय करूं, कौन उपाय करूं अब मैं कौन उपाय करूं। वाह वाह। कहो नानक प्रभ बिरद पछानो, कहो नानक प्रभ बिरद पछानो। तब हों पतत तरों अब मैं कौन उपाय करूं, कौन उपाय करूं अब मैं कौन उपाय करूं। अब मैं कौन उपाय करूं, अब मैं कौन उपाय करूं। गुरु तेग बहादुर महाराज फरमाते ने, अब मैं हुण मैं। इंज गल हो रही है जिवें महाराज कल्ले कल्ले व्यक्ति नूं कह रहे हैं। जो तुसीं शब्द नूं पढ़दे हो इंज नहीं लगता कि मैं अपनी गल कर रहा, तुसीं अपनी गल कर रहे हो। देखो बाणी गुरु साहब ने किन्ने सोहणे तरीके नाल लिखी है कि पढ़न वाला उहनूं इंज लगे भी गल मेरी हो रही है, मैं गल अपनी कर रहा। जिवें असीं अपने घर विच किन्ने दर्पण लाउने आ, किन्ने सीसे लाउने आ। सीसा काहदे लई लाईदा कि जदों मैं तैयार होवां, सीसा मैनूं मेरा असली रूप विखा देवे कि मैं किदां दा लगदा। कपड़े पा के सज सवर के जदों इंसान घरों तुर लगदा, भावें घर दे सारे कह देण तूं बड़ा फबदा है, पर जदों तक खुद सीसे च अपने आप नूं वेखदा नहीं, उन्होंने घरदियां दियां कईयां होईयां गल्लां ते यकीन बोलो। ते सीसे की एक खासियत है की भला, तुसीं अपने नाल दे नूं कहो तेरे आ मत्थे ते कुछ लगा है, तो बंदा कह सकता है झूठ बोल रहे हैं। पर जदों सीसे सामने खलोएगा उन्हें झूठ नहीं बोलना। सीसा मेरा बाहरला रूप विखाउंदा है। प्रोफैसर साहिब सिंह जी ने जदों गुरबाणी के अर्थ लिखे, जिन्हां ने तुहाडे चों उन्हां पोथियां नूं पढ़िया होएगा, वेखिया होएगा, उन्हां 10 भाग जिहड़े पोथियां दे लिखे उहदा नाम ही गुरु ग्रंथ साहिब दर्पण रखे है। बड़ा सोच समझ के नाम रखिया सीसा दर्पण, भी सीसा तुहानूं तुहाडा तन विखाउंदा है, तू किदां दा लगदा है। गुरबाणी सीसा सानूं साडा मन विखाउंदी है, तू अंदरों किदां दा है, तेरा अंदर दा रूप किदां दा है। रूप 2 ने साडे, एक बाहरला बोलो, एक अंदरला। बाहरला सानूं सारिआं नूं एक दूजे दा दिसदा है, ਉਹਦਾ रंग चिट्टा है, ਉਹਦਾ रंग लाल है, ਉਹਦਾ रंग सांवला है, ਉਹਦਾ रंग काला है, दिसदा है ना। ते बाहर दे रंग पैसे दे के बदले भी जा सकते हैं।
ਦੁਨੀਆ ਬਦਲਦੀ ਹੈ, ਪੈਸੇ ਦੇ ਕੇ ਬਦਲਦੇ ਵੀ ਨੇ, ਪਰ ਇੱਕ ਐਸਾ ਰੂਪ ਹੈ ਜਿਹੜਾ ਤੁਹਾਨੂੰ ਪਹਿਲੇ ਦਿਨ ਨਹੀਂ ਪਤਾ ਲੱਗਦਾ। ਜਦੋਂ ਤੁਸੀਂ ਕਿਸੇ ਨਾਲ ਵਰਤਦੇ ਹੋ, ਸ਼ਬਦ ਸੁਣ ਲਓ ਤਾਂ ਕਿ ਗੱਲ ਕਲੀਅਰ ਹੋ ਜਾਏ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਮੈਂ, ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਪਤ, ਪਤੀ ਅਕਾਲ ਪੁਰਖ ਵਾਹਿਗੁਰੂ, ਅਕਾਲ ਪੁਰਖ ਮਾਲਕ, ਪੰਧ ਨਸੀਹਤ, ਮੈਂ ਉਸ ਅਕਾਲ ਪੁਰਖ ਦੀ ਨਸੀਹਤ ਉੱਤੇ ਨਹੀਂ ਤੁਰਿਆ। ਆਪ ਕਹਿ ਰਹੇ ਨੇ ਆਪਣੇ ਆਪ ਨੂੰ, ਨਹੀਂ ਬਾਣੀ ਪੜ੍ਹਨ ਵਾਲਿਆ ਗੱਲ ਤੇਰੀ ਹੋ ਰਹੀ ਹੈ, ਗੱਲ ਮੇਰੀ ਹੋ ਰਹੀ ਹੈ। ਉਹ ਤੇ ਤੁਰੇ ਸੀ, ਤਾਂ ਹੀ ਤੁਹਾਨੂੰ ਕਿਹਾ ਸੀ ਉਹ ਅਕਾਲ ਦਾ ਰੂਪ ਨੇ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਨਾ ਮੈਂ ਉਹ ਕਾਰ ਕੀਤੀ, ਉਹ ਕਰੈਕਟਰ ਬਣਾਇਆ ਜਿਹਦੇ ਨਾਲ ਮੈਂ ਵਧੀਆ ਜੀਵਨ ਜੀਉ ਸਕਾਂ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਹਾਂ ਬਿਗੜੈ ਰੂਪ ਰਹਾ ਬਿਕਰਾਲ। ਤੇ ਤੁਹਾਡੀ ਗੱਲ ਨਾ ਮੰਨਣ ਕਰਕੇ ਮੇਰਾ ਰੂਪ ਵਿਗੜ ਗਿਆ। ਹਾਂ ਬਿਗੜੈ ਰੂਪ। ਆਪਾਂ ਨਹੀਂ ਕਿਸੇ ਨੂੰ ਕਹਿੰਦੇ ਇੱਦਾਂ। ਜਦੋਂ ਤੁਹਾਡਾ ਕੋਈ ਦੋਸਤ, ਤੁਹਾਡਾ ਕੋਈ ਮਿੱਤਰ, ਈਵਨ ਇੱਥੋਂ ਤੱਕ ਆ ਜਦੋਂ ਲਵ ਮੈਰਿਜ ਵੀ ਹੁੰਦੀ ਹੈ, ਮਾਂ ਬਾਪ ਤੋਂ ਬਾਹਰ ਹੀ ਜਾ ਕੇ ਜਿਹੜੇ ਵਿਆਹ ਕਈ ਵਾਰੀ ਕਰਾ ਲੈਂਦੇ ਨੇ, ਜਿੱਥੇ ਮਾਂ ਬਾਪ ਦੀ ਸਹਿਮਤੀ ਨਹੀਂ ਹੁੰਦੀ। ਕਈ ਵਾਰੀ ਕਈ ਨੇ ਜਿਨ੍ਹਾਂ ਦੀ ਨਿਭ ਜਾਂਦੀ ਹੈ, ਚੰਗੀ ਗੱਲ ਹੈ, ਪਰ ਜਿੱਥੇ ਨਹੀਂ ਨਿਭਦੀ ਉੱਥੇ ਫਿਰ ਔਰਤ ਮਰਦ ਨੂੰ ਤੇ ਮਰਦ ਔਰਤ ਨੂੰ ਇਹ ਗੱਲ ਕਹਿੰਦਾ ਹੈ ਜਾਂ ਕਹਿੰਦੀ ਹੈ, ਆਹ ਰੂਪ ਤੇ ਤੇਰਾ ਮੈਂ, ਸਾਰੇ ਬੋਲੋ, ਪਹਿਲੀ ਵਾਰ ਵੇਖਿਆ। 15 ਸਾਲਾਂ ਬਾਅਦ ਮਰਦ ਔਰਤ ਨੂੰ ਕਹਿ ਰਿਹਾ ਤੇ ਔਰਤ ਮਰਦ ਨੂੰ ਕਹਿ ਰਹੀ ਹੈ। ਉਹ ਕਹਿੰਦੀ ਮੈਂ ਤੇਰੇ ਬਦਲੇ ਆਪਣਾ ਮਾਂ ਬਾਪ ਛੱਡਿਆ, ਤੇਰੇ ਬਦਲੇ ਮੈਂ ਆਪਣੇ ਉਹ ਭਰਾ ਛੱਡੇ ਜਿਹੜੇ ਸਿਰ ਉੱਚਾ ਚੁੱਕ ਕੇ ਗਲੀ ਮੁਹੱਲੇ 'ਚ ਤੁਰਦੇ ਸੀ। ਤੇਰੇ ਬਦਲੇ ਮੈਂ ਆਪਣੇ ਬਾਪ, ਆਪਣੇ ਮਾਂ, ਆਪਣੇ ਭੈਣਾਂ ਭਰਾਵਾਂ ਵੱਲ ਨਾ ਵੇਖਿਆ। ਉਹ ਵੀ ਕਹਿੰਦਾ ਮੈਂ ਆਪਣੀ ਮਾਂ ਵੱਲ ਨਾ ਵੇਖਿਆ ਤੇਰੇ ਬਦਲੇ, ਪਰ ਆਹ ਰੂਪ ਤੇ ਤੇਰਾ ਮੈਂ ਪਹਿਲੀ ਵਾਰ ਵੇਖਿਆ। ਉਹ ਕਿਹੜਾ ਰੂਪ ਸੀ ਜਿਹੜਾ 15 ਸਾਲਾਂ ਬਾਅਦ ਵੇਖਿਆ? ਬਾਹਰਲਾ ਕਿਹੜਾ ਸੀ ਜੀ? ਵਿਹਾਰ, ਕਿਰਦਾਰ, ਕਰੈਕਟਰ, ਆਚਰਣ, ਬੋਲ ਬਾਣੀ। ਇਹਨੂੰ ਕਹਿੰਦੇ ਜਾਂ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ। ਜਿਹੜੇ ਰਾਹ ਤੁਸੀਂ ਗਏ ਹੀ ਨਹੀਂ, ਉਹਨੂੰ ਤੁਹਾਨੂੰ ਕੀ ਪਤਾ ਉਸ ਰਾਹ 'ਚ ਖੱਡੇ ਹੈਗੇ ਕਿ ਨਹੀਂ ਹੈਗੇ। ਪਰ ਜਿਸ ਰਾਹ ਤੁਸੀਂ ਗਏ ਹੁੰਦੇ ਹੋ, ਤੁਹਾਨੂੰ ਪਤਾ ਹੁੰਦਾ ਇਸ ਰਾਹ 'ਚ ਇਹ 100 ਕਿਲੋਮੀਟਰ ਵਿੱਚ 15 ਕਿਲੋਮੀਟਰ ਰਸਤਾ ਖਰਾਬ ਆਏਗਾ, 85 ਕਿਲੋਮੀਟਰ ਰਸਤਾ ਸਾਫ਼ ਆਏਗਾ। ਤੁਸੀਂ ਦੱਸੋਗੇ ਤਾਂ ਜੇ ਗਏ ਹੋਗੇ ਤਾਂ। ਜੇ ਗਏ ਹੀ ਨਹੀਂ, ਤੁਹਾਨੂੰ ਉਸ ਰਸਤੇ ਦਾ ਕੀ ਭੇਤ? ਬੰਦੇ ਦੇ ਸੁਭਾਅ ਬਾਰੇ ਵੀ ਤਾਂ ਦੱਸ ਸਕਦੇ ਹੋ ਜੇ ਤੁਸੀਂ ਉਹਦੇ ਨਾਲ ਵਰਤੇ ਜੇ। ਐਦਾਂ ਤਾਂ ਸਾਰੇ ਪੂਜਣਯੋਗ ਲੱਗਦੇ ਨੇ ਤੁਰਦਿਆਂ ਫਿਰਦਿਆਂ। ਕਿਉਂ ਸਾਧ ਸੰਗਤ ਜੀ? ਐਦਾਂ ਬਾਹਰੋਂ ਵੇਖਣ ਨੂੰ ਤੇ ਸਾਰਿਆਂ ਦਾ ਦਿਲ ਕਰਦਾ ਇਹ ਤੋਂ ਮੈਂ ਆਰਤੀ ਲਾਵਾਂ, ਇਹਦੀ ਮੈਂ ਆਰਤੀ ਕਰਾਂ, ਤੇ ਬੜਾ ਵਧੀਆ ਹੈ। ਪਰ ਜਿਹਦਾ ਵਾਹ ਪਿਆ ਹੁੰਦਾ ਉਹਨੂੰ ਪਤਾ ਹੁੰਦਾ ਇਹ ਕਿੱਦਾਂ ਦਾ ਹੈਗਾ ਹੈ ਜਾਂ ਕਿੱਦਾਂ ਦੀ ਹੈਗੀ ਹੈ। ਹੁਣ ਪਾਤਸ਼ਾਹ ਜੀ ਇੱਥੇ ਕਹਿੰਦੇ ਆਪ ਮੈਂ, ਹੁਣ ਮੈਂ ਕੌਣ ਉਪਾਉ ਕਰੂੰ? ਹੁਣ ਮੈਂ ਕਿਹੜਾ ਉਪਾਅ ਕਰਾਂ, ਕਿਹੜਾ ਇਲਾਜ ਕਰਾਂ? ਜੇ ਵਿਧ ਜਿਹੜੇ ਤਰੀਕੇ ਨਾਲ ਮਨ ਕੋ, ਮਨ ਦਾ ਸਹਿੰਸਾ ਚੁੱਕੈ, ਮਨ ਦਾ ਸਹਿਮ ਚੁੱਕਿਆ ਜਾਏ। ਇਹਦਾ ਮਤਲਬ ਮਨ ਸਹਿਮਿਆ ਹੋਇਆ ਤੇ ਮਨ ਦਾ ਸਹਿਮ ਮੁੱਕ ਜਾਏ ਤੇ ਭਉ ਨਿੱਧ, ਇਹ ਡਰਾਂ ਦਾ ਸਾਗਰ, ਇਹਦੇ ਤੋਂ ਮੈਂ ਪਾਰ ਲੰਘ ਸਕਾਂ, ਇਹਦੇ ਵਿੱਚੋਂ ਮੈਂ ਪਾਰ ਲੰਘ ਸਕਾਂ। ਇੱਕ ਚੀਜ਼ ਦਾ ਖਿਆਲ ਰੱਖਿਓ, ਜਿੰਨੀ ਮਨੁੱਖ ਦੇ ਮਨ ਵਿੱਚ ਸਹਿਮ ਹੋਏਗਾ ਓਨੀ ਮਤ ਮੈਲੀ ਹੁੰਦੀ ਜਾਏਗੀ। ਜਿੰਨਾ ਸਹਿਮਿਆ ਹੋਏਗਾ ਮਨੁੱਖ ਓਨੀ ਮਤ ਮੈਲੀ ਹੋਏਗੀ। ਸਹਿਮ ਕਿਹੜੇ ਮਨੁੱਖ ਦੀ ਜ਼ਿੰਦਗੀ 'ਚ ਆਉਂਦਾ ਹੈ? ਜਿਹੜਾ ਮਨੁੱਖ ਕੰਮ ਗਲਤ ਕਰਦਾ ਹੈ। ਆਪਾਂ ਨੇ ਕਿਤੇ ਫਲਾਣਾ ਬੰਦਾ ਬੜਾ ਸਹਿਮਿਆ ਹੋਇਆ ਹੈ।
ਬੰਦਾ ਸੱਚਾ ਹੋਵੇ ਨਾ, ਇੱਕ ਸਿਪਾਹੀ ਵੀ SSP ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਲੈਂਦਾ। ਪਰ ਜੇ ਬੰਦਾ ਗਲਤ ਹੋਵੇ ਤੇ ਆਪਣੀ ਔਲਾਦ ਨਾਲ ਵੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਹੁੰਦੀ। ਇੱਕ ਫੈਕਟਰੀ ਦਾ ਮਾਲਕ ਵੀ ਆਪਣੇ ਵਰਕਰ ਨਾਲ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦਾ। ਪਰ ਜੇ ਅੰਦਰ ਕੋਈ ਗਲਤੀ ਹੋਵੇ ਇੱਕ ਮਾਲਕ ਆਪਣੇ ਨੌਕਰ ਨਾਲ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦਾ। ਪਰ ਜੇ ਅੰਦਰ ਸਾਫ਼ ਹੋਵੇ ਇੱਕ ਸਧਾਰਨ ਬੰਦਾ ਵੀ ਬਾਦਸ਼ਾਹ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦਾ, ਜੇ ਉਹਦੇ ਅੰਦਰ ਸੱਚ ਹੈ, ਜੇ ਉਹਦੇ ਅੰਦਰ ਕੁਝ ਸੱਚਾਈ ਦੀ ਕਣੀ ਟਿਕੀ ਹੋਈ ਹੈ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਅਬ ਮੈਂ, ਹੁਣ ਮੈਂ ਕੌਣ ਉਪਾਓ ਇਲਾਜ ਕਰਾਂ, ਜੇ ਬਿਦ ਜਿਹੜੇ ਤਰੀਕੇ ਨਾਲ ਮਨ ਕੋ ਸਹਿੰਸਾ ਚੁੱਕੇ, ਮੇਰੇ ਮਨ ਦਾ ਸਹਿਮ ਚੁੱਕਿਆ ਜਾਏ। ਹੁਣ ਤੁਸੀਂ ਕਹੋਗੇ ਅੱਜ ਬੰਦੇ ਦੀ ਜ਼ਿੰਦਗੀ 'ਚ ਸਹਿਮ ਨਹੀਂ, ਸਹਿਮ ਹੈ। ਸਾਡੀਆਂ ਦੁਕਾਨਾਂ ਦੱਸਦੀਆਂ ਨੇ, ਸਾਡੇ ਘਰ ਦੱਸਦੇ ਨੇ, ਸਾਡੇ ਕਾਰੋਬਾਰ ਦੱਸਦੇ ਨੇ, ਸਾਡੇ ਬਿਜ਼ਨਸ ਦੱਸਦੇ ਨੇ, ਅਸੀਂ ਡਰੇ ਹੋਏ ਹਾਂ। ਸਾਡੇ ਗਿੱਟਿਆਂ ਨਾਲ ਕਾਲੇ ਧਾਗੇ, ਸਾਡੇ ਹੱਥਾਂ ਨਾਲ ਬੱਧੀਆਂ ਹੋਈਆਂ ਮੌਲੀਆਂ, ਸਾਡੀਆਂ ਦੁਕਾਨਾਂ ਦੇ ਬਾਹਰ ਟੰਗੇ ਹੋਏ ਨਿੰਬੂ ਤੇ ਮਿਰਚਾਂ, ਸਾਡੀਆਂ ਗੱਡੀਆਂ ਦੇ ਮਗਰ ਲਿਖੇ ਹੋਏ ਬੁਰੀ ਨਜ਼ਰ ਵਾਲੇ ਤੇਰਾ, ਸਾਡੇ ਘਰਾਂ ਦੇ ਅੱਗੇ ਟੰਗੇ ਹੋਏ ਨਜ਼ਰ ਵੱਟੂ, ਕੀਰਤਨ ਪਾਠ, ਖਬਰਾਂ ਤੋਂ ਬਾਅਦ ਇੱਕ ਤਾਂਤਰਿਕ ਜੋਤਸ਼ੀ ਪਾਂਦਾ ਸਿਆਣਾ ਬਾਬਾ ਤੁਹਾਨੂੰ ਤੁਹਾਡੀਆਂ ਰਾਸ਼ੀਆਂ ਦੇ ਫਲ ਦੱਸ ਰਿਹਾ ਹੈ, ਤੇ ਬੰਦਾ ਸਾਰੇ ਕੰਮ ਛੱਡ ਕੇ ਕੰਨ ਲਾ ਕੇ ਸੁਣ ਰਿਹਾ ਹੈ। ਇਹ ਨਿਸ਼ਾਨੀ ਇਸ ਗੱਲ ਦੀ ਹੈ ਕਿ ਮੈਂ ਅੰਦਰੋਂ ਡਰਿਆ ਹੋਇਆ ਹਾਂ। ਜੇ ਰਾਸ਼ੀਆਂ ਦੇ ਫਲਾਂ ਤੇ ਗੱਲ ਆਵੇ, ਉਸੇ ਰਾਸ਼ੀ ਦੇ ਵਾਲਾ ਨਾਮ ਵਾਲਾ ਵਿਅਕਤੀ ਇੱਕ ਮਹੱਲ 'ਚ ਬੈਠਾ ਹੈ, ਉਸੇ ਨਾਮ ਵਾਲਾ ਵਿਅਕਤੀ ਸੜਕ ਦੇ ਕੰਢੇ ਤੇ ਪੱਥਰ ਕੁੱਟ ਰਿਹਾ, ਦਿਹਾੜੀ ਕਰ ਰਿਹਾ। ਨਾਮ ਇੱਕੋ ਹੀ ਹੈ ਦੋਨਾਂ ਦਾ, ਦੋਨਾਂ ਦੇ ਨਾਮ ਇੱਕ ਨੇ। ਪਰ ਇਸ ਗੱਲ ਦਾ ਸਬੂਤ ਹੈ ਕਿ ਅੱਜ ਮਨੁੱਖ, ਪੁੱਤਰ ਸਾਡੇ ਨੇ, ਧੀਆਂ ਸਾਡੀਆਂ ਨੇ, ਅੱਜ ਕੁੰਡਲੀਆਂ ਮਲਾਈਆਂ ਜਾ ਰਹੀਆਂ ਨੇ, ਜਨਮ ਤਰੀਕਾਂ ਮਲਾਈਆਂ ਜਾ ਰਹੀਆਂ ਨੇ, ਘਰ ਦੀ ਆਰੰਭਤਾ ਕਰ ਲੱਗਿਆ, ਨੀਂਹ ਪੱਥਰ ਲੱਗਿਆ, ਚੰਗਾ ਮਾੜਾ ਦਿਨ ਵਿਚਾਰਿਆ ਜਾ ਰਿਹਾ ਹੈ, ਸ਼ੁਭ ਅਸ਼ੁਭ ਇਹਨਾਂ ਦਿਨਾਂ ਉੱਤੇ ਵਿਚਾਰ ਕੀਤੀ ਜਾ ਰਹੀ ਹੈ। ਸ਼ਨੀਵਾਰ ਕਈ ਬੰਦੇ ਜਿਹੜੇ ਲੋਹਾ ਨਹੀਂ ਖਰੀਦਦੇ, ਕੰਪਨੀ ਵਾਲੇ ਇਹ ਕਹਿ ਦੇਣ ਸ਼ਨੀਵਾਰ 1-1.5 ਲੱਖ ਗੱਡੀ ਸਸਤੀ ਦੇਵਾਂਗੇ, ਪਰ ਬੁੱਧਵਾਰ 2 ਲੱਖ ਮਹਿੰਗੀ ਦੇਵਾਂਗੇ। ਉਹ ਕਹਿੰਦੇ 2 ਲੱਖ ਮਹਿੰਗੀ ਲਿਆਉਣੀ ਮਨਜ਼ੂਰ, ਪਰ ਸ਼ਨੀਵਾਰ ਲੋਹਾ ਘਰ ਲੈ ਕੇ ਨਹੀਂ ਆਉਣਾ, ਕਿਉਂਕਿ ਸ਼ਨੀਵਾਰ ਲੋਹਾ ਘਰ ਨਹੀਂ ਲੈ ਕੇ ਆਈਦਾ। ਹੁਣ ਜਿਹੜੇ ਵਹਿਮ ਨਹੀਂ ਕਰਦੇ, ਸ਼ੁਕਰ ਹੈ, ਚੰਗੀ ਗੱਲ ਹੈ, ਬੱਚੇ ਨੇ, ਪਰ ਸਮਾਜ ਇਹਨਾਂ ਵਹਿਮਾਂ ਵਿੱਚ ਪੀੜਿਆ ਹੋਇਆ ਹੈ। ਪੰਛੀ ਚੰਗਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਪੰਛੀ ਆਪਣੇ ਆਲਣੇ 'ਚ ਜਦੋਂ ਉੱਡਣ ਲੱਗਦਾ ਹੈ ਨਾ, ਉਹ ਕਿਸੇ ਜੋਤਸ਼ੀ, ਪਾਂਦੇ, ਸਿਆਣੇ, ਬਾਬੇ, ਤਾਂਤਰਿਕ ਕੋਲੋਂ ਪੁੱਛਣ ਨਹੀਂ ਜਾਂਦਾ ਮੈਂ ਉੱਡਣ ਲੱਗਾ, ਮੈਨੂੰ ਚੋਗਾ ਮਿਲੂ ਕਿ ਨਹੀਂ ਮਿਲੂ। ਉਹ ਉਡਾਨ ਭਰਦਾ, ਕੋਈ ਉਮੀਦ ਲੈ ਕੇ ਭਰਦਾ, ਤੇ ਕੁਝ ਨਾ ਕੁਝ ਆਪਣੇ ਬੱਚਿਆਂ ਲਈ ਲੈ ਕੇ ਮੁੜਦਾ। ਇੱਕ ਕਵੀ ਨੇ ਗੁਰੂ ਨਾਨਕ ਸਾਹਿਬ ਬਾਰੇ ਲਿਖਿਆ, ਕਹਿੰਦੇ ਉਹ ਰਾਹਾਂ ਤੇ ਨਹੀਂ ਤੁਰਿਆ, ਉਹ ਰਾਹਾਂ ਤੇ ਨਹੀਂ ਤੁਰਿਆ, ਉਹ ਤੁਰਿਆ ਸੀ ਤੇ ਰਾਹ ਬਣ ਗਿਆ। ਉਹ ਰਾਹਾਂ ਤੇ ਨਹੀਂ ਤੁਰਿਆ, ਉਹ ਤੁਰਿਆ ਸੀ ਤੇ ਰਾਹ ਬਣ ਗਿਆ। ਗੁਰੂ ਸਾਹਿਬ ਕਿਸੇ ਦੇ ਬਣਾਏ ਰਸਤੇ ਤੇ ਨਹੀਂ ਤੁਰੇ, ਤੁਰਦੇ ਗਏ, ਰਸਤਾ ਆਪਣੇ ਆਪ ਬਣਦਾ ਗਿਆ। ਮੱਛੀ ਸਮੁੰਦਰ 'ਚ ਰਸਤਾ ਬਣਾਉਂਦੀ ਹੈ, ਜਿੱਧਰ ਨੂੰ ਮੂੰਹ ਕਰਦੀ ਉਧਰ ਨੂੰ ਤਾਰੀਆਂ ਲਾ ਲੈਂਦੀ ਹੈ। ਪੰਛੀ ਰਸਤਾ ਬਣਾਉਂਦਾ, ਆਕਾਸ਼ 'ਚ ਉੱਡਣ ਲੱਗਿਆ। ਅੱਜ ਦਿਲ ਕੀਤਾ ਇਹਨੂੰ ਉਡਾਨ ਭਰਨੀ ਹੈ, ਕੱਲ੍ਹ ਨੂੰ ਦਿਲ ਕੀਤਾ ਇਹਨੂੰ ਉਡਾਨ ਭਰਨੀ ਹੈ, ਪਰਸੋਂ ਇਹਨੂੰ ਉਡਾਨ ਭਰਨੀ ਹੈ, ਚੌਥ ਇਹਨੂੰ ਉਡਾਨ ਭਰਨੀ ਹੈ। ਤੇ ਬੰਦਾ ਇੱਕ ਕਦਮ ਪੁੱਟਣ ਲੱਗਿਆ ਵੀ ਪੁੱਛਦਾ ਹੈ, ਆਹ ਕੰਮ ਕਰਾਂ, ਬੋਲੋ ਜੀ, ਨਾ ਕਰਾਂ।
इस कर वास्तु शास्त्र वालियां ने लोगों के बने बनाए घर ढवाते। जिस आर्कीटैक्ट को नक्शा बनाया सी, जिन्हें आख्या मैं इहो जिहा नक्शा बनावांगा जदों तुहाडी पत्नी, तुहाडी धी, तुहाडी मां, तुहाडे परिवार की कोई बीबी किचन विच प्रशादा तैयार करेगी, कॉर्नर वाला प्लाट है, फ्रंट गेट ते भी दिसेगा कोई आया है, तो बैक गेट ते भी पता लग्या। इहो जिहा नक्शा बनाया, पर चले गए वास्तु शास्त्र वाले कोल, उन्हें मार दिता सत्यानाश। उन्हें कहा वो दुआई रब दी, जे सुखी होना चाहते हो तो घर का नक्शा चेंज करो। जिथे किचन सी उत्थे उन्हें लॉबी कराती, जिथे लॉबी सी उत्थे वाशरूम कराता। आर्कीटैक्ट मत्थे नूं हथ मारदा, कहता मेरे को इन्ने पैसे लवाउण दा की फायदा होया तुहानूं? बने बनाए घर। अच्छा काहदे लई कीता? साडे घर सुख शांति रवे, कीता इसे लिए ना। अच्छा लड़दा कौन घर च? लड़दा इंसान है, साडा सुभाव है। असी सब कुछ बदल लैने आ, घरां दे नक्शे बदल लैने आ, गड्डियां बदल लैने आ, खाना बदल लैने आ, कपड़ियां दे डिजाइन बदल लैने आ। की नहीं बदलते? अपनी सोच नहीं बदलते। गुरु नौवें पातशाह गुरु तेग बहादुर महाराज जिन्हां दा 400 साला मना रहे हो, वो कहते अपनी सोच बदल, अपने विचार बदल, अपने ख्याल बदल। रोज साहिब मेरा नवे का की अर्थ है थे? कोई चीज़ नवी होंदी है, बस एक दिन नवी होंदी है। तुसी मोबाइल लैके आए हो अज, तुहानू किसी ने पूछा कदों ले आया, तुसी आंदे अज नवा है। कल भी नवा रहू, कल एक दिन पुराना हो जाना है, परसों 3 दिन, 4 दिन, 5 दिन, महीना, इदां गिणांगे फिर 2 महीने, साल पहला लई सी। कपड़ा अज सवाया नवा है, कल 2 दिन, 3 दिन, खाना रात बनाया, हुण बनाया फ्रैश है। गाना कलाकार दा अज आया नवा है, कल 2 दिन, 3 दिन, 4 दिन पुराना है। ये सहब नित नवा क्यों है? ये शब्द नवा वरतिया इत्थे, ये किसी गायक के गाने लिए नहीं जुड़िया, ये सहब लिए क्यों जुड़िया? कहता जदों भी मेरा अपने सहब नाल वाह पैंदा, मैनू इंज लगदा मेरा सहब हुणे ही नवा नवा है, मैनू कदी पुराना बोलो लग्या ही नहीं। जदों मेरा सहब ना वाह पैंदा, साहिब मेरा सहब की है सच, सच सदा ही नवा रहिंदा, क्योंकि सच पुराना होवे ना ही, सच पुराना हुंदा ही नहीं। असी पुराने हो जाने आ, समा पा के बीतदा जांदा जांदा दुनिया तुरी जा रही है, पर सच फ्रैश नवा। इस करके सच नाल अपना नाता जोड़ो। जे सच नवा है, असी भी नवे हो सकते हाँ। साहिब मेरा, सारे बोलो साहिब मेरा नीत नित नित नवा। जिवें आपां कल दे दीवान च गल कीती सी, जदों सवेरे उठदे हो ऐदां हत्थ जोड़ो, दाता शुक्र है अज मैनूं एक दिन दिता, फ्रैश हवा दिती, ताज़ा पानी दिता, खाण लई पकवान दिते, तुहाडा धन्नवाद, मैं अज दिन की शुरुआत कर लगा हाँ। ते जिहड़े सवेरे उठ के अपने मित्र नूं नाल लै लैंदे ने, वो रात नूं सौण तक सारा दिन फ्रैश रहिंदे ने। साडा मित्र कौन है भला? सब तो पहला सवेरे उठदिआं सार साडा वाह किहदे नाल पैंदा है जी? सोच के दस्सिओ किहदे नाल? हाँ इधरों आवाज़ आई मोबाइल नाल। साडा सब तो पहला सवेरे उठ के वाह पैंदा जिहड़ा सराणे रखिआ है, पैरां वाले बने रखिआ, लागे टेबल ते रखिआ, ये वेंदा भी ये बोलदा नहीं, साह हैगे इहदे, यानी कि चार्जर हैगा इहदा, बैटरी मुक तो नहीं गई। पर नहीं, ये असली मित्र नहीं है। असली मित्र कौन है? साडा मन। ये तुहाडा असली मित्र है। जिस बंदे दा ये मन मित्र नाल है ना, कोई ਉਹਦੇ होर नाल होवे ना होवे कोई फर्क नहीं पैंदा। पर जे ये नाल नहीं हैगा, फिर भावें जिन्ने मर्जी साडे नाल तुरे फिरन, तुहानू खुश नहीं कोई रख सकता। आपां 10 जाने घूमण गए होइए, मन खुश ना होवे, वो 9 हसदे आ, वो एक विच हसदा ही नहीं। उन्होंने तू भी हस, वो की आंदा क्यों? ਉਹਦਾ मन मित्र नाल है नहीं। तो जे मन मित्र नाल होवे, वो रोंदिआं नूं भी हसा दिंदा है,
सुन लो वाक, मम्मा मन स्यों काज है, सारे बोलो, मम्मा मन स्यों काज है। साडा सवेरे उठ के अपने मन नाल काज है, मन नाल वाह है। मन सादे सिद्ध होए, जिन्हें सवेरे उठ के अपना मन साध लिया, मन दे घोड़े नूं तैयार कर लिया भी तगड़ा हो जा, फ्रैश, पुछण दी लोड़ नहीं, तुर पा जेड़े काम चलिया। मन सादे सिद्ध होए, मन ही मन स्यों कहे कबीरा, मन सा मिलिया ना कोई। कदी बच्चे वेखे, जेड़े बच्चे इंटैलीजेंट होंदे आ ना, वो अपने घरों माँ बाप नूं कह के तुरदे आ 99 90 80% नंबर लैके पास होवांगा। वो घर दे आंदे हद हो गई, तेनू किदां पता? वो कहंदा पता है मैनूं, मैं पढ़िया। वो मेहनत करता है, वो विखावे लई किताब नहीं पढ़ता, पढ़ता है। उन्हें अपने मन घोड़े के उत्ते काठी पाई है, स्टडी करता है। तो जिन्हां दा मन नाल नहीं हुंदा, उन्हां दियां मावां दही चुक्की फिरदियां मगर, मोर दे खंभ किताबां 'च रखदे फिरदे हो। उन्हां दियां मावां पखंडी बाबियां को लई फिरदियां, बाबा जी पैन फड़ के अरदास कर दिओ ना, बोलो पैन लिखदा है जी, बोलो प्यारिओ, पैन लिखदा है? ना 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 ना, ब्रेन लिखदा है। जिहदे इत्थे चंगे अखर लिखे होए ने, वो पेंसिल नाल भी लिख दूँ। जिन्होंने लिखना नहीं आउंदा, हुण अगली गल मेरे कोलों ना कढाइओ, वो तुहानूं पता लिखण वालियां दी की हालत होई है। जिन्होंने लिखना नहीं आउंदा, उहनूं भावें लख दा पैन दे दिओ लिया के, 5 लाख दा पैन दे दिओ, पैन ने थोड़ा लिख देना है। लिखना है जिहदे अंदर कुछ होएगा। पढ़े लिखे बंदे नूं तुसीं 10 रुपए का पैन दे दिओ, अगला कमाल कर दूँ लिखण लगा। तो जिहदे इत्थे 2 अखर है नहीं, उहनूं महंगा पैन लिया के दिओ भी लिख, लिखू कित्थों जदों लिखना ही ना आउंदा होया। ਉਹ ਹਾਲਤ ਇਹ ਹੈ ਵੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਨਲਾਇਕੀ ਦਾ ਕਾਰਨ ਅਸੀਂ ਜੋਗ ਗੱਦੀਆਂ ਤੇ ਅਜੋਗ ਬੰਦੇ ਬਿਠਾਏ ਨੇ। ਗੱਦੀ ਜੋਗ ਹੀ ਹੁੰਦੀ ਹੈ, ਬੰਦਾ ਕਈ ਵਾਰੀ ਅਜੋਗ ਬਹਿ ਜਾਂਦਾ ਉਹਦੇ ਤੇ। ਜਦੋਂ ਜੋਗ ਗੱਦੀ ਤੇ ਜੋਗ ਬੰਦਾ ਪਵੇਗਾ, ਫੈਸਲੇ ਕਮਾਲ ਦੇ ਹੋਣਗੇ, ਕਮਾਲ ਦੇ ਫੈਸਲੇ ਹੋਣਗੇ। ਤੇ ਸੱਚ ਇਹ ਜੇ ਜਿਹੜਾ ਬੰਦਾ ਪੜ੍ਹਿਆ ਲਿਖਿਆ ਹੋਵੇ, ਜਿਹੜਾ ਵਧੀਆ ਕੱਪੜਿਆਂ ਵੱਲ ਥੋੜਾ ਕੋਈ ਵੇਂਦਾ ਮੁੜ ਕੇ, ਉਹ ਕਹਿੰਦਾ ਕੱਪੜਾ ਜਿਹੜਾ ਮਰਜ਼ੀ ਪਾਈਏ, ਬ੍ਰਾਂਡ ਆਪਣੇ ਆਪ ਬਣ ਜਾਣਾ, ਕਿਉਂਕਿ ਮੈਂ ਬ੍ਰਾਂਡ ਆ। ਉਹ ਨਕਲੀ ਜੇ ਬੰਦਿਆਂ ਨੂੰ ਕਈ ਵਾਰੀ ਜ਼ਿਆਦਾ ਪੋਚੇ ਲਵਾਉਣੇ ਪੈਂਦੇ, ਐ ਮਹਿੰਗੇ ਮਹਿੰਗੇ ਬੂਟ, ਮਹਿੰਗੀਆਂ ਮਹਿੰਗੀਆਂ ਟਾਈਆਂ ਛਾਈਆਂ, ਜ਼ਿਆਦਾ ਕਰਨਾ ਪੈਂਦਾ। ਮੈਂ ਨਹੀਂ ਆਂਦਾ, ਉਹ ਤੇ ਬੰਦੇ ਨੇ ਕਰਨਾ ਹੀ ਆ, ਕਰੇ ਜਿੰਨਾ ਮਰਜ਼ੀ ਕਰੇ, ਪਰ ਬੰਦੇ ਦੇ ਆਪਣੇ ਪੱਲੇ ਕੁਝ ਹੋਵੇ। ਪ੍ਰੋਫੈਸਰ ਸਾਹਿਬ ਸਿੰਘ ਵਰਗੇ ਯੋਧਿਆਂ ਨੂੰ ਜਦੋਂ ਡਿਗਰੀ ਮਿਲਣੀ ਸੀ, ਸਧਾਰਨ ਕੱਪੜੇ ਪਾ ਕੇ ਡਿਗਰੀ ਲੈਣ ਚਲੇ ਗਏ ਸੀ। ਕੱਪੜੇ ਤਾਂ ਜਦੋਂ ਬੰਦਾ ਵਧੀਆ ਹੋਵੇ, ਕੌਣ ਵੇਂਦਾ ਤੂੰ ਕਿਹੋ ਜਿਹੇ ਕੱਪੜੇ ਪਾਏ ਨੇ। ਜਵਾਈ 2 ਹੋਣ, 2 ਧੀਆਂ ਹੋਣ, ਜਵਾਈ ਇਮਾਨਦਾਰ ਕਰੈਕਟਰ ਦਾ ਉੱਚਾ ਹੋਵੇ, 3 ਸਾਲ ਪੁਰਾਣੀ ਪੈਂਟ ਵੀ ਪਾ ਕੇ ਚਲਾ ਜਾਏ, ਸਹੁਰਾ ਕਹਿੰਦਾ ਮੇਰਾ ਪੁੱਤਰ ਹੀਰਾ ਹੈ। ਸਿਰੇ ਦਾ ਲਾਲਚੀ ਹੋਵੇ, ਸਹੁਰਿਆਂ ਦੀ ਜਾਇਦਾਦ ਤੇ ਨਿਗਾਹ ਰੱਖਦਾ ਹੋਵੇ, ਪੈਂਟ ਕੋਟ ਭਾਵੇਂ 50,000 ਦਾ ਪਾਇਆ ਹੋਵੇ, ਕਹਿੰਦਾ ਸਿਰੇ ਦਾ ਨਕੰਮਾ ਹੈ। ਮੂੰਹ ਤੇ ਨਹੀਂ ਬੋਲਦਾ, ਪਰ ਪਿੱਠ ਪਿੱਛੇ ਕਹਿੰਦਾ। ਆਖੋ ਸਤਿਨਾਮ ਸ੍ਰੀ। ਸੱਚਾਈ ਇਹ ਹੈ। ਕਹਿੰਦਾ ਕੀ ਕਰਨਾ ਮਹਿੰਗੇ ਪੈਂਟ ਕੋਟਾਂ ਨੂੰ, ਇਹਦੀ ਨਿਗਾਹ ਜਾਇਦਾਦ ਤੇ ਹੈ। ਇਹਦੀ ਪੈਂਟ ਕਮੀਜ਼ ਭਾਵੇਂ ਸਧਾਰਨ ਹੈ, ਪਰ ਧੀ ਨੂੰ ਕਹਿ ਕੇ ਤੁਰਦਾ ਹੈ, ਮਾਂ ਬਾਪ ਨੂੰ ਤੰਗ ਨਹੀਂ ਕਰਨਾ, ਜੋ ਚਾਹੀਦਾ ਰੁੱਖਾ ਮਿੱਸਾ ਮੈਂ ਕਮਾਈ ਕਰਕੇ ਤੈਨੂੰ ਖਵਾਵਾਂਗਾ। ਕਹਿੰਦਾ ਹੀਰਾ ਪੁੱਤ ਹੈ ਸਾਡਾ, ਇਹ ਲਾਲ ਹੈ ਸਾਡਾ, ਇਹ ਜਿਗਰ ਦਾ ਟੋਟਾ ਹੈ। ਜਗ੍ਹਾ ਬਣਾਈ ਉਹਨੇ ਆਪਣੇ ਅੰਦਰ, ਸਤਿਕਾਰ ਕਰਦੇ ਨੇ। ਕਿਰਦਾਰ ਕਰੈਕਟਰ ਬਾਜ਼ਾਰੋਂ ਨਹੀਂ ਖਰੀਦੇ ਜਾਂਦੇ, ਇਹ ਬਣਾਉਣੇ ਪੈਂਦੇ ਨੇ, ਕਮਾਉਣੇ ਪੈਂਦੇ ਨੇ। ਪਾਤਸ਼ਾਹ ਜੀ ਇੱਥੇ ਸ਼ਬਦ ਵਰਤ ਰਹੇ ਨੇ, ਭਉ ਨਿਧ ਡਰ ਨਿਕਟ ਬਸੈ ਨਿਕਟ ਬੁਝੈ, ਸੋ ਬੁਰਾ ਕਿਉਂ ਕਰੈ, ਬਿਕ ਸੰਚੈ ਨਿਤ ਡਰਤਾ ਫਿਰੈ।
जिन्हें निगट बुझ लिया उहदी जिंदगी चो बुराई खत्म। बिक संचय नित डरता फिरे। जिन्ना बंदा डरदा समझ लो यार इकट्ठी की है। यार उत्थे चैकिंग हो रही होवे, तुसीं परिवार नाल गड्डी जा रहे हो, तुहानूं डर आएगा जी? चैकिंग हो रही होवे ते तुसीं सारा परिवार गड्डी च उतर के पासे हो जाओ, तुसीं कहोगे करो चैक गड्डी। ते जे समान पिया होया 2 नंबर दा, क्यों साध संगत? फिर भला इदां ही रवांगे? फिर तो पहली गल तो बंदा कोशिश करता यू टर्न लईए इथों, अगे नाका लगा, जे ना लभे तो फिर बंदा पसीनियों पसीनी। तो उन्हों का रोज़ का काम है पुलिस वालों का, वो बंदे दे चाल चलन तो अंदाजा ला लेंदे ये कोल गलत समान है। डर बंदे दे गलत कामां चों पैदा होंदा है। अन काए रातड़िया वाट दुहेली राम। वाट मीनिंग रस्ता, दुहेली मीनिंग औखिया। जदों पुट्ठा सोचना तो रस्ता जिंदगी का औखा होना ही होना है। ददे दोष ना देऊं किसे, दोष कर्मा अपने। अगे बोलो, जो मैं किया मैं किया, फिर रब दे सिर ते दोष कादा जी? जो मैं किया सो मैं पाया, दोष नतीजा अवर्जन। तो पाशा कहते अब मैं कौन उपाओ करूं, मैं केड़ा उपा करा, जे बिद मन को सहसा चुकै, जिद नाल मेरे मन का सहम मुक जाए, तो भाओ निध मेरी जिंदगी जो डर मुक जान। डर मुकन का अर्थ है मैं काम ही गलत ना करा, जो काम गलत होणगे नहीं मैं आपे ही नहीं डरांगा। असी ये अरदास नहीं करनी कि जेड़े मैं गलत काम किए तो पर्दा पाई, असी ये अरदास करनी मैनू गलत काम करन दी किते मेरे अंदर सोच आवे ही ना, मैनू गलत कामां तो बचा लो, मैं कोई गुनाह कोई गलती जिंदगी च करा ही ना। डर कित्थों आया? सुनियो अगली पंक्ति, जन्म पाए, सारे बोलो, जन्म पाए काछ भलो ना कीनो। डर इस करके आया भी जदों का जन्म लिया कोई चंगा काम किया ही नहीं, जिहदे ते मैं मान कर सकां। हर बंदे नूं अपनी जिंदगी के चंगे माड़े कामां दा पता है, क्यों साध संगत जी? पता है ना? दूजे नूं नहीं पता पर बंदे नूं तो पता है ना। अपनी जिंदगी च काम गिनने चाहिए, मैं किन्ने काम जिंदगी चंगे किए जिते मैं मान कर सकां। राख ले वो, भगत कबीर जी कहते ने, राख ले वो हम ते बिगड़ी। रख लवो बचा लो, मेरे को बिगड़ गई की जिंदगी। असी की आने उन्हें मेरी जिंदगी बिगाड़ती, उन्हें मेरी जिंदगी बिगाड़ती, उन्हें मेरी जिंदगी तबाह करती। कोई किसी की जिंदगी तबाह नहीं कर सकता, हर बंदा अपनी जिंदगी आप खुद तबाह करता। राख ले वो, सारे बोलो, राख ले वो हम ते बिगड़ी। किदां बिगड़ी? सील सील धर्म जप भगत न कीनी, हाँ अभिमान टेढ़ पगड़ी। सील का अर्थ है मिठा सुभाव। मेरे को अज मिठा सुभाव नहीं हैगा। सील धर्म, मेरे को धर्म है नहीं। जप भगत, भगत के तत्ते नूं सियारी है, मेरे को भगती है नहीं, जप है नहीं, धर्म है नहीं, मिठा सुभाव है नहीं, ते हंकार सिरे दा मेरे को। हाँ अभिमान टेढ़, टेढ़ टेढ़ मीनिंग की टेढ़ा, टेढ़ पगड़ी। मैं टेढ़ा रस्ता फड़ लिया हूँ, मैं रस्ता ही गलत फड़ लिया। जो मैं रस्ता गलत फड़ लिया तो फिर जिंदगी खुद बिगाड़ी, किसी होर ने थोड़ा बिगाड़ी है, आ बिगाड़ी। हाँ अभिमान टेढ़ पगड़ी, अमर जान संचिए काया। ऐस काया नूं ना अमर जान के झूठ बेईमानी ठगी नाल ही संचदा रहा। अमर जान
संचीए काया ए मिथ्या काची गगरी हैगी कच्ची गागर सी इनू झूठ ठगियां बेईमानियां नाल ही पालदा रहा मैं ये तो मान करता रहा। तो पातशाह जी अगे कहते ने जन्म पाए कछ भलो ना कीनो मैं जदों दा जन्म लिया कोई भला काम नहीं किया कोई चंगा काम नहीं किया इस करके डर आ रहा। चंगे काम करो दुनिया ते भला करो परोपकार करो अपनी जिंदगी च बेईमानियां ठगियां लुट ये कैमरे काहदे लिए लाए जाते हैं चोर फड़िया जाए कोई चोरी ना करे जे बंदे के दिमाग च यह गल आ जाए उत्थे तुरे आ रहे हो तो एक पर्स लभा है उस अगले का ATM है क्रेडिट कार्ड है वह लाइसेंस है कुछ पेपर ने पैसे ने लभा है घर देन जाओ अगले दे अगले नूं लगे वाह जो तुसीं रात नूं आण के अपने घर सौंगे बड़ी सुकून की नींद आएगी भी अज मैं एक चंगा काम किया। जदों तुहाडा पर्स किते डिगदा तुसीं की उम्मीद लाउंदे हो किते लभ जाए बस अगले दा भी डिग्गिया अगला भी उम्मीद लाउंदा है किते मेरे तक पहुँचा देवे। की कैमरे लगन तो बाद चोरियां बेईमानियां बंद हो गईयां? अज भी बाहरलियां कंट्रियां च जिन्हां विचों तुहाडा कोई धी पुत बाहर होवे आस्ट्रेलिया मैं खुद अखी वेखिया ऐदां मेन हाईवे के उत्ते फ्रूट पिया है उहदे उत्ते रेट लिखिया होया है किन्ने डॉलर केड़ा केड़ा फ्रूट पिया है नाल उहदी कीमत लिखी हुई है बंदा कोई नहीं। असी जा रहे सी मैं नाल दे वीर नूं पुछया इत्थे बंदा तो कोई भी नहीं है वेचण वाला कहते ईमानदारी जिंदाबाद जिस बंदे ने किन्ने केले लेने ने किन्ने एप्पल लेने ने किन्ना कीवी फ्रूट लेना है किन्ने अंगूर लेने ने उन्हें चकने ने जिन्ने डॉलर उपर लिखे ने उन्हें उत्थे गल्ला जा पिया उहदे च पा जाने ने। मैं क्या फिर जिहड़ा ये दुकान का मालिक है गोरा उन्होंने घाटा नहीं पैंदा उन्दा नहीं मैं पुछदा उन्होंने वो कहता जी अज 10 डॉलर घट गए ने यानी कि किसी बंदे को पैसे नहीं सी है डॉलर नहीं सी है वो फ्रूट लै गया अगले दिन जिन्ने अज घट पाए कल वध पा जाने क्यों कोई कैमरा नहीं लगा उत्थे। तो मैं हस पिया मैं कहा जी इदां दियां दुकानां असीं भारत विच लाउणियां होण ते बोलो इत्थे सानू गोलक ते भी कैमरा लाउणा पैंदा है कला कैमरा ही नहीं मोटे मोटे जिंदरे लाने पैंदे ने ते कईयां वड्डे वड्डे गुरुद्वारियां दीयां गोलकां अदालतां दे राहीं खोलियां जांदियां ने ते पंथ की जीत राज करेगा खालसा झूलते निशान रहन अगे तुसीं बोलदे हो जे किते महाराज सच्ची साक्षात रूप च आउणा कित्थों ते साडे विच ने वो आ जाण इनू दूला पंथ कहने तुसीं कि अज किन्नी गंदी सियासत बनाती होवे गुरुद्वारे की सेवादारी की गल ते वोटां होण मैं करनी सेवा होवे ते मैं ये उम्मीद लावां मैनूं कोई वोट पावे ते मैं सेवा लवां। इत्थे इलैक्शन नहीं सी इत्थे सिलैक्शन सी जे वोटां पैंदियां ते हो सकदा श्री चंद अगे लग जांदा पर सिलैक्शन कीती बाबा लैणा जी दी ये अंग्रेज की नीति सी भी इन्हों दे दिओ यह जे काम इस हिसाब नाल तुरे आउण वो नहीं रह रही अपने गलों गल उदां ही तुरे आ रहे हैं निके निके शहरों तो लैके वड्डे वड्डे शहरों तक ये बीमारी फैली है पर असीं कित्थे पढ़े लिखे अपने आप को अखाउण लई उत्थे बैठे हुए चूल ते निशान रहन पंथ महाराज के गुरुद्वारियां च भी कैमरे लाने पै रहे ने ईमानदारी ते शक है जिदों तेनों अपने आप समझ आ गई मैं इन्हां कैमरिਆਂ की रिकॉर्डिंग तो बच जावांगा पर जिहड़ा अंतरजामी पुरख विधाते शरदा मन की पूरे ਉਹਦੇ कैमरे की रिकॉर्डिंग तो किदां बचांगा वो तो हर वक्त रिकॉर्डिंग कर रहा वो तो हर वक्त मैनू जानता है वो तो मेरे अंदर नूं पढ़ता है जदों ये समझ आ गई बंदा गुनाह करेगा निकट बुझा है
सो बुरा क्यों करे। जिन्हों निगट बुझ गया उहदे चों बुराई खत्म। बिक संचैनत डरता फिर है निकट अर भेद न पाया। बिन सतगुर सब मोही माया। नेड़े नेड़े सब को कहे कहंदे सारे ही नेड़े आ। गुरमुख भेद को विरला लहे कहंदे सारे नेड़े आ। मां चों नहीं दसिया, भैन चों नहीं दसिया, जन्म लैण वाली धी चों नहीं दसिया। डॉक्टर नूं पैसे दे के अपनी जन्म लैण वाली धी दा कतल करा छड्डिया। असी उदों तक सबर नहीं लिया। समाज की गल कर रहे हैं, मैं कली सिखां की गल नहीं कर रहा, ये समाज की गल कर रहा। समाज ने उदों तक सबर नहीं लिया ਜਦੋਂ तक हॉस्पिटलों के बाहर लैन नहीं लिखा दी इत्थे भरूण टैसट नहीं किया जाता। उदों तक असी हटे नहीं। पता नहीं किन्नियां धीआं पुत्रां दे लालच विच मार दित्तियां। पुत चाहिए, पुत चाहिए, पुत चाहिए, पता नहीं किन्नियां धीआं दे कतल करा छड्डे। सतगुर दी बाणी की कह रही है सानू, जन्म पाए कछ भलो ना कीनो तां ते अधक डरो। डारी तां रहा मैं जन्म लैके कोई चंगा काम नहीं किया। माना बच क्रम हर गुण नहीं गाए। ध्यान ना सुनियो साध संगत। मन बच क्रम हर गुण नहीं गाए। जे जी सोच धरो। मन बचन ते कर्म थोड़ी जी एकाग्रता दियो साध संगत जी। मन बचन ते कर्म कि जो बंदे दे मन विच हुंदा है जबान वो बोल दिंदी है, ते जो जबान बोलती है बंदे दे कर्म उहदे मुताबक ने। ये तिन्नां चीज़ां च फर्क है। जो इंसान दे मन च है वो जुबान नहीं बोलती, जो जुबान बोलती है उहदे मुताबक इंसान दे कर्म नहीं। जिदन तिन्ने एक लड़ी च परोए गए। हुण मान लो मेरे मन च है भी मेरा गुरु शब्द है, ज्ञान है, गुरु ग्रंथ साहब है, मेरे मन च है। मेरी जुबान भी कहती है सब सिखण को हुक्म है गुरु मान्यो। तीजा आ गया कर्म, ते कर्मां विच भी बंदा वो काम करदा जो गुरु दा शब्द कहंदा है, कोई कर्मकांड नहीं करता। तो गल हो गई जो ये मन च है वो यदी जुबान बोलती है, जो जुबान बोलती है वो ये कम्मां च है। हुण मारो आपो अपने समाज वाल ध्यान कि अज समाज विच कई बारी अपने मित्र दे कोल बैठे हाँ, असी मूँह उहदी तारीफ करते हैं पर मन उहदे नाल उच्ची बोलो सहमत नहीं हुंदा। ते कर्मां विच वो शब्द आउणा ते बहुत दूर की गल है। ईवन इत्थों तक पति पत्नी, पत्नी सारी जिंदगी अपने पति दे नशे वाली आदत नाल सहमत नहीं सहमत, पर वर्त विचारी वो भी रखती है। मेरे पति दी उच्ची बोलो जी लंबी उम्र होवे। कमाल की गल तुसीं वेखो, औरत वर्त रख रही है मेरे पति की लंबी उम्र होवे। मर्द नूं नहीं जरूरत, फर्ज तो वह भी बनता भी भलिया किराए ते कमरा लेना होवे ते अगले पहला पुछते ने विआहे हो, परिवार है। अजे कली बीबी नाल दो बच्चे होण तां गृहस्थी परिवार कहता जिद्दां दियां साडियां धीआं भैन जी उदां दे तुहाडे बच्चे आ जाओ। पर मर्द कले नूं कमरा देण लगे अगले बोलो अगे 100 वार सोचते हैं। ग्रंथी रखन लग्या कई पुछणगे भाई साहब जी विआहे ने गृहस्थी ने, ये की गारंटी है। इत्थे तां जिहड़े डेरियां च बैठे बाबे उन्होंने विआह दे सुपने आई जाते हैं। अजकल थोड़े दिन पहला एक बाबा कहानी सुना रहा सी, मैनूं सुपना आया मेरी 60 साल की उम्र है, मेरा सुपने च विआह हो गया। कमाल की गल है। तो सियाणे तुसीं बैठे हो, सुपना उस गल का आउंदा है जिहड़ी दिने माड़ी मोटी गल बंदे ने सोची होवे। तुसीं कोई ख्याल अपने मन च रखिया भी हद हो गई,
ਬਾਬਿਓ ਤੁਹਾਨੂੰ ਜੇ ਸੁਪਨੇ ਆਉਂਦੇ ਨੇ, ਇਹਦਾ ਮਤਲਬ ਦਿਨ ਵੇਲੇ ਤੁਸੀਂ ਕਿਸੇ ਗ੍ਰਸਤੀ ਪਰਿਵਾਰ ਦੀ ਔਰਤ ਵੱਲ ਵੇਖਦੇ ਹੋ, ਉਹ ਵਿਆਹਿਆ ਹੈ, ਇਹਨੂੰ ਚੰਗਾ ਵਿਆਹ ਕਰਾ ਲੈਂਦੇ। ਜੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਹੈ, 10 ਪਾਤਸ਼ਾਹੀਆਂ ਵਿੱਚੋਂ 9 ਪਾਤਸ਼ਾਹੀਆਂ ਗ੍ਰਸਤੀ ਨੇ, ਸਵਾਏ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ। ਉਹ ਆਰਜੂ ਛੋਟੀ ਸੀ, ਪਾਤਸ਼ਾਹ ਖੁਦ ਗ੍ਰਸਤੀ, ਉਹਨਾਂ ਦੇ ਅੱਗੇ ਬੱਚੇ, ਉਹਨਾਂ ਦਾ ਅੱਗੇ ਬਾਲ ਪਰਿਵਾਰ। ਤੇ ਇੱਥੇ ਬਾਬਾ ਜੀ ਸੰਗਤ ਵਿੱਚ ਕਥਾ ਸੁਣਾ ਰਹੇ ਨੇ, ਮੈਨੂੰ ਸੁਪਨੇ 'ਚ ਮੇਰਾ ਵਿਆਹ ਹੋ ਗਿਆ। ਤੇ ਕਮਾਲ ਦੀ ਗੱਲ ਹੈ, ਅੱਗੇ ਬੀਬੀਆਂ, ਉਹਨਾਂ ਦੇ ਚੇਲੇ ਚੇਲੀਆਂ ਹੱਸ ਰਹੇ ਨੇ। ਕਿਆ ਕਮਾਲ ਹੈ। ਅੱਛਾ, ਇਹੋ ਕਿਤੇ ਕਥਾ ਕਿਸੇ ਗ੍ਰੰਥੀ ਨੇ ਕੀਤੀ ਹੁੰਦੀ, ਕਿਸੇ ਰਾਗੀ ਨੇ ਕੀਤੀ ਹੁੰਦੀ, ਸੰਗਤ ਵਿੱਚ ਕਿਸੇ ਭਾਈ ਪ੍ਰਚਾਰਕ ਨੇ ਕੀਤੀ ਹੁੰਦੀ, ਇੱਥੇ ਪਤਾ ਕਿ ਸਾਡੀਆਂ ਭਾਵਨਾਵਾਂ ਨੂੰ ਅੱਗੇ ਬੋਲੋ ਹੁਣ ਠੇਸ ਪਹੁੰਚੀ ਆ। ਇੱਥੇ ਭਾਵਨਾਵਾਂ ਨੂੰ ਹੋਇਆ ਹੀ ਕੁਝ ਨਹੀਂ। ਇੱਥੇ ਕਿਸੇ ਨੇ ਨਹੀਂ ਕਿਹਾ ਮਹਾਂਪੁਰਖਾਂ ਦੀ ਲੀਲਾ ਹੈ ਜੀ। ਕਿਆ ਤਮਾਸ਼ਾ ਹੈ ਜੀ। ਸਤਿਗੁਰ ਦੀ ਬਾਣੀ ਦਾ ਵਾਕ ਹੈ, ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨ ਹੋਈ, ਅਨ ਦਿਨ ਕਰਮ ਕਰੈ, ਬਹੁ ਤੇਰੇ ਸੁਪਨੇ ਸੁਖ ਨਾ ਹੋਈ। ਬੰਦੇ ਦੇ ਅੰਦਰ ਕਪਟ ਹੋਵੇ, ਬੇਈਮਾਨੀ ਠੱਗੀ ਹੋਵੇ, ਜਾਗਦਿਆਂ ਤੇ ਸੁੱਖ ਕੀ ਮਿਲਣਾ, ਸੁਪਨਾ ਵੀ ਸੁੱਖ ਦਾ ਨਹੀਂ ਆਉਂਦਾ। ਇੱਥੇ ਇਹਦਾ ਮਤਲਬ ਬਾਬਿਆਂ ਨੂੰ ਸੁਪਨੇ ਵਿਆਹ ਤੇ ਆਉਂਦੇ ਨੇ। ਕਿਤੇ ਦਿਨ ਵੇਲੇ ਗੱਲਾਂ ਕਰਦੇ ਹੋਣਗੇ, ਕਿਤੇ ਅਸੀਂ ਵੀ ਗ੍ਰਸਤੀ ਹੁੰਦੇ, ਸਾਡੇ ਵੀ ਵੀਰੇ ਮਹਿੰਦਰ ਹੋਣੀ ਰੋਂਦੇ ਹੁੰਦੇ, ਸਾਡੇ ਵੀ ਜਵਾਕ, ਹੁਣ ਗੁੱਸਾ ਨਾ ਕਰ ਲਿਓ ਕਿਸੇ ਦਾ ਨਾ ਹੋਵੇ, ਮੇਰੇ ਵੀ 2 ਜਵਾਕ 4 ਹੁੰਦੇ। ਉਹਨਾਂ ਨੂੰ ਇਹ ਕੌਣ ਸਮਝਾਵੇ, ਗ੍ਰਸਤੀ ਦੀ ਲੜਾਈ 4 ਬੱਚਿਆਂ ਦੀ, 2 ਬੱਚਿਆਂ ਦੀ, 3 ਬੱਚਿਆਂ ਦੀ। ਬਾਬਾ ਜੀ ਤੁਹਾਡਾ ਮੋਹ ਤਾਂ ਚੇਲਿਆਂ 'ਚ ਫਸਿਆ ਪਿਆ ਹੈ। ਪੁਅਰਤਾਪ गेरू के बस्तरा, अगे पढ़ो, अपदा का मारिया गृह ते नस्ता, बिपता दा मारिया परिवार छड़ के भज आया, बिपता दा मारिया। पुअरताप गेरू के बस्तरा, अपदा का मारिया गृह ते नस्ता, देश छोड़ परदेसे धाया, पंच चंडाल नाले ले आया। बनता छोड़, अपनी स्त्री छड़ दी, विआह नहीं कराया। बद नज़र पर नारी, दूजियां दियां धीआं भैणां ते माड़ी निगाह रखी, गलत निगाह ना वेख्या। इत्थे असीं एक गुरमीत राम रोम नूं रोने आ, इत्थे एक आसा राम की गल करदे आ। इत्थे ते पता नहीं किन्ना कुछ साडे समाज विच इदां दा भरिया पिया, जिहड़ा सानूं लभण ते विचारन दी लोड़ है। इक्को हल है, शब्द बाणी नाल जोड़ो, गुरु के उपदेश नूं आप पढ़ो तो समझो तो विचारो। एवें भेखियां दे डेरियां दियां रौनकां ना वधाओ, आप सतगुर की बाणी पढ़ो, समझो, विचारो तो गुरु के उपदेश नूं अपनी जिंदगी विच लागू करो। जदों असीं गुरु पातशाह 15 भगत जिन्हां दी बाणी गुरु ग्रंथ साहिब च है, धरती की हिक पाड़ के अनाज पैदा करने वाले भगत धन्ना जी किहड़े भोरे च बैठे से। 3 शब्द ने भगत धन्ना जी दे। भगत रविदास जी दे 40 शब्द। मरे हुए पशुओं की खल उतारते ने, हड्डियां वेचते ने, जुत्तियां गंढते ने। वो काम कार करदे बाणी गाउंदे, पढ़ते, विचारते ने। गोबिंद 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 संग नाम देओ मन लीना, आड़ दाम को शिपरो होयो लाखीना। बुनना तनना त्याग कै प्रीत चरण कबीरा, नीच कुला जुलाहरा पयो गुणी गहीरा। रविदास ढोंता ढोर नीत, 3 त्यागी माया, प्रगट हुआ साध संग हर दर्शन पाया। सैन नाई बुतकारिया, ओ घर घर सुनिया, हिरदय वसिया पार ब्रह्म भगता मैं गणिया। ए बिद सुन के जाट रो उठ, ठठे नूं सिहारी है। ए बिद आड़ियां उपर ना लिया जिन्हां दा, ए बिद सुन के जाट रो उठ, भगती लागा पत्थर लागा नहीं। इत्थे पत्थर पूजा चो सानू
रब पाउण दे दावे कीते जा रहे हैं। भगती लागा मिले प्रतख गुसाइयां धन्ना वड भागा। भगत धन्ना जी कहते ने धन्ने धन पाया धरनी धार मिल जन संत समानिया। मैं धन पाया सतसंगियां विच बह के गृहस्थी परिवारां च रह के उन्हां जिंदगी जूण दे तरीके सिखे। अज गृहस्थी बंदा त्यागियां कोल तुरिया फिरदा है। मेरी दुकान नहीं चलती, मेरा पुत नहीं आखे लगता, मेरी नौह नहीं आखे लगती, मेरा बिजनेस नहीं चलता। वह भी अगे सोच रहा जे तुहाडा चलन लग पिया फिर साडा बंद हो जाना। तुहाडा नहीं चलता तां साडा चलदा। मैं बीमार, मैं तंदुरुस्त हो जावां, हॉस्पिटल कौन जाऊ? जे मैं तंदुरुस्त, सारे तंदुरुस्त हो जाना, हॉस्पिटलों नूं कौन पुछू, डॉक्टरां नूं कौन पुछू? मैं घरों गड्डी लैके निकलदा, टायर नवे ने, गड्डी नवी है, ये सोच के तुरदा जिद्दां जावां उदां वापस आ जा। उत्थे जांदा किल वज जांदा, गड्डी दा टायर फट जांदा। जिड्डी वड्डी गड्डी उस हिसाब नाल ਉਹਦਾ टायर 5000 7000 8000, वड्डी गड्डी 12 15 20 हज़ार का टायर पाउणा पैंदा है। हुण मैं कहांगा घाटा पिया, नुकसान हो गया, पर टायरां वाला भी तो शेर दा अगरबत्ती देण दिया। ਉਹਦੇ भी तो न्याणे उडीक रहे ने। जे तुहाडीਆਂ सारिਆਂ ਦੀਆਂ अरदासां सुन लवे, मेरी सुन लवे। हुण असीं इत्थों जा रहे हैं पंजाब नूं, असीं कि साडा नुकसान इत्थों, हुण असीं सिरसे गए, सिरसे तो पंजाब गए, साडा बिल्कुल लुधियाने लागे जाके टायर फट गया। फटना है, कुदरती गल है। हुण असीं हाय नुकसान हो गया। हुण जेड़े बाबे लोकां नूं अपने डेरे दे सरोवर दा जल दे नाल ही ठीक करदे रहे, आप किदां वेंटीलेटर ते लम्मे पाए अगलियां ने। रामदेव ने आख्या सी इदां उंगल इदां 9 ते 9 सौ वाल काले हुंदे। लोग गुरुद्वारियां च भी इदां कर लग पे, इदां गेड़े पे गेड़ा भी एक वाल काला करके जाना। अज नाले कीर्तन सुन जाना, नाले एक केस काला करके जाना। हुण वो शैंपू वेच रहा वाल काले करन दे। लोकां नूं ओम बलोम कपाल भाती लुधियाने कमला कर छड्डिया, अद्धा लुधियाना कमला हो गया। गुरुद्वारियां जोगा करो, ओम बलोम करो, पुट्ठे सीधे हो, जो मर्जी करो, पर यह कहो भी तुहाडा गुरु जोगा करता रहा है। वो गुरमत पढ़ो तो सही। जोग मादियां ते धज्जियां उड़ाइयां ने गुरु ग्रंथ साहब की बाणी च। गल्ली जोग ना होई, जोग ना खिंथा है, जोग ना डंडा है, जोग ना भस्म चढ़ाई है, जोग ना मुंदी मूंड मुडाया है, जोग ना सिंगी वाई है, अंजन माहे नरंजन रही है, जोग जुगत इम पाई है। गल्ली जोग ना होई, एक दृष्टि कर संसर जाने, जोगी कहिए सोई। जोग ना बाहर मड़ी मसाणी, जोग ना ताड़ी लाई है, जोग ना देश दसंतर भवे, जोग ना तीर्थ नहाइया, अंजन माहे निरंजन रही है, जोग जुगत इम पाई है। गल्ली जोग ना होई, एक दृष्टि कर संसर जाने, जोगी कहिए सोई। सतगुर भेटै तां सहसा टूटै, धावत वर्ज रहाइए, निचार चरै सहज धुन लागै, घर ही परचा पाइए, अंजन माहे निरंजन रही है, जोग जुगत इम पाइए। वाजे बाजों सिंगी वाजे, ताओ निरपो पद पाइए, अंजन माहे निरंजन रही है, जोग जुगत इम पाइए। नानक जीवत हम मर रही है, ऐसा जोग कमाइए। तू जिउंदे जी दुकान ते बैठा होवे, बुराई तो मर जाए, चंगियाई वाले बने तेरा जन्म होवे, आ जोगी बन। गुरसिख जोगी जागदे, माया अंदर करनू दासी। जोगी इदां दा जोग कमाया, किदां दा जप तप संजम गुरमुख भोगी, ऐसा जोग कमावो जोगी। मुंदरा मोहन भगत कबीर जी, दया कर झोली, पत्रिका करो विचार रे। मुंदरा मोहन मन नूं विकारां तो रोकना, तेरे कांदियां मुंदरा होण, दया कर झोली, तेरे अंदर दया होवे, ये तेरे झोली पाई होवे।
ਜਿਹੜਾ ਜੋਗ ਮਤ ਗੁਰਬਾਣੀ ਦੱਸਦੀ ਹੈ ਉਹ 5 ਫੈਕਟਰੀਆਂ ਦਾ ਮਾਲਕ ਵੀ ਜੋਗੀ ਬਣ ਸਕਦਾ, ਉਹ ਸਬਜ਼ੀ ਵੇਚਣ ਵਾਲਾ ਵੀ ਬਣ ਸਕਦਾ, ਉਹ ਘਰ 'ਚ ਪ੍ਰਸ਼ਾਦਾ ਪਕਾਉਣ ਵਾਲੀ ਸਾਡੀ ਭੈਣ ਵੀ ਬਣ ਸਕਦੀ ਹੈ, ਕਿਉਂਕਿ ਉਹ ਜੋਗੀ ਬਾਹਰ ਪਹਿਰਾਵਾ ਪਾਉਣ ਦੀ ਲੋੜ ਨਹੀਂ। ਇਹ ਸਾਰੇ ਮਨ ਦੇ ਮੁੰਦਰਾ ਮੋਹਨ ਦਇਆ ਕਰ ਚੋੜੀ, ਆਪਾਂ ਰੋਜ਼ ਪੜ੍ਹਦੇ ਹਾਂ ਮੁੰਦਾ ਸੰਤੋਖ। ਸਤਿਗੁਰ ਜੋਗੀ ਨੂੰ ਕਹਿੰਦੇ, ਜੋਗੀ ਤੂੰ ਕੰਨ 'ਚ ਮੁੰਦਰਾ ਕਿਉਂ ਪਾਈਆਂ? ਕਹਿੰਦਾ ਇਸ ਕਰਕੇ ਬਾਪੂ ਲੋਕਾਂ ਨੂੰ ਪਤਾ ਲੱਗ ਜਾਏ ਮੈਂ ਰੱਬ ਦੇ ਰਸਤੇ ਤੇ ਤੁਰਿਆ ਹੋਇਆ। ਬਾਪੂ ਜੀ ਆਂਦੇ ਇੱਧਰ ਆ, ਫਿਰ ਕੰਨਾਂ 'ਚ ਮੁੰਦਰਾ ਪਾਉਣ ਦੀ ਲੋੜ ਨਹੀਂ, ਸੰਤੋਖ ਧਾਰਨ ਕਰ ਲਾ। ਸੰਤੋਖੀ ਦਾ ਆਪਣੇ ਆਪ ਪਤਾ ਲੱਗ ਜਾਂਦਾ ਰੱਬ ਦੇ ਰਸਤੇ ਤੇ ਤੁਰਿਆ ਹੈ। ਤੁਹਾਡੇ ਬੱਚੇ ਨੇ, ਪੁੱਤ ਹੈ, ਧੀ ਹੈ, ਮਾਂ ਨੂੰ ਪੁੱਛ ਕੇ ਵੇਖੋ ਤਿੰਨਾਂ ਬੱਚਿਆਂ ਚੋਂ 2 ਬੱਚਿਆਂ ਚੋਂ ਸਬਰ ਵਾਲਾ ਕਿਹੜਾ, ਸੰਤੋਖ ਵਾਲਾ ਕਿਹੜਾ? ਮਾਂ 1 ਮਿੰਟ 'ਚ ਦੱਸੂ ਧੀ 'ਚ ਸਬਰ ਜ਼ਿਆਦਾ ਕਿ ਪੁੱਤਰ 'ਚ ਸਬਰ ਜ਼ਿਆਦਾ। ਜਵਾਈ 2 ਨੇ, ਜਵਾਈ 3 ਨੇ, ਪੁੱਤ 3 ਨੇ, ਉਹਨਾਂ 'ਚੋਂ ਸਬਰ ਵਾਲਾ ਕਿਹੜਾ? ਖਵਾ ਕੇ ਖੁਸ਼ ਕਿਹੜਾ ਤੇ ਖਾ ਕੇ ਖੁਸ਼ ਕਿਹੜਾ? ਪਤਾ ਹੁੰਦਾ ਨਾ। ਉਹਨੇ ਮੁੰਦਰਾਂ ਤੇ ਨਹੀਂ ਪਾਈਆਂ, ਸਬਰ ਦੱਸੇਗਾ ਅਫਸਰ ਕਿੰਨੇ ਨੇ, ਸਬਰ ਵਾਲਾ ਕਿਹੜਾ, ਲਾਲਚ ਵਾਲਾ ਕਿਹੜਾ। ਸਬਰ ਦੀਆਂ ਮੁੰਦਰਾਂ ਪਾ, ਸਬਰ ਧਾਰਨ ਕਰਨ ਵਾਲੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬੇਪੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਮਨ ਜੀਤੈ ਜਗ ਜੀਤ। ਤਾਂ ਪਾਸ਼ਾ ਇੱਥੇ ਕਹਿੰਦੇ ਨੇ ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਨਾ ਮੈਂ ਮਨ ਕਰਕੇ, ਨਾ ਮੈਂ ਬਚਨਾ ਕਰਕੇ, ਨਾ ਮੈਂ ਕੰਮਾਂ ਕਰਕੇ ਗੋਣੀ, ਜੇ ਜੀ ਸੋਚ ਧਰੋ। ਇਹ ਸੋਚ ਸੋਚ ਕੇ ਡਰੀ ਜਾਣਾ। ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ। ਗੁਰੂ ਦੀ ਮੱਤ ਸੁਣ ਕੇ ਕੋਈ ਅੰਦਰ ਸੋਝੀ ਨਹੀਂ ਆਈ। ਜਿਹੜੀ ਆਪਾਂ ਕੱਲ ਗੱਲ ਕਹੀ ਸੀ, ਬੱਚੇ ਨੂੰ ਸਕੂਲ ਛੱਡਣ ਜਾਂਦੇ ਹੋ, ਪਹਿਲੇ ਦਿਨ ਹੋਰ, ਦੂਜੇ ਦਿਨ ਹੋਰ, ਤੀਜੇ ਦਿਨ ਹੋਰ, ਚੌਥੇ ਦਿਨ ਹੋਰ, ਫਰਕ ਪੈਂਦਾ ਨਾ। 5-7 ਸਾਲਾਂ 'ਚ ਉਹ ਬੱਚਾ ਕਿੰਨਾ ਇੰਟੈਲੀਜੈਂਟ ਹੋ ਜਾਂਦਾ। ਆਪਾਂ 15 ਸਾਲ ਵੀ ਉਹ, 20-25 ਸਾਲ ਵੀ ਉਹ, ਹੁਣ ਵੀ ਉਹ। ਫਰਕ ਪੈਣਾ ਚਾਹੀਦਾ ਆਦਤਾਂ 'ਚ, ਸੁਭਾਅ 'ਚ, ਕਰਮਾਂ 'ਚ। ਇਹਦਾ ਅਰਥ ਕੁਝ ਪ੍ਰਾਪਤ ਕੀਤਾ। ਗੁਰਮਤਿ ਸੁਣਾ ਕਛ ਗਿਆਨ ਨਾ ਉਪਜਿਓ। ਗੁਰੂ ਦੀ ਮੱਤ ਸੁਣ ਕੇ ਜ਼ਿੰਦਗੀ 'ਚ ਗਿਆਨ ਨਹੀਂ ਆਇਆ। ਪਛ ਜਿਉ ਉਦਰ ਭਰੋ। ਜਿਵੇਂ ਪਸ਼ੂ ਨਹੀਂ ਹੁੰਦਾ ਪੇਟ ਭਰ ਕੇ ਸੌਂ ਜਾਂਦਾ, ਇੱਥੇ ਪਸ਼ੂ ਸ਼ਬਦ ਵਰਤਿਆ ਨਾ ਗੁਰੂ ਨੌਵੇਂ ਪਾਤਸ਼ਾਹ ਜੀ ਨੇ। ਆਪਾਂ ਬੰਦਾ ਨਿਕੰਮਾ ਹੋਵੇ ਨਾ, ਕਈ ਵਾਰੀ ਉਹਨੂੰ ਪਸ਼ੂ ਕਹਿੰਦੇ ਉਹ ਡੰਗਰਾ, ਪਰ ਪਤਾ ਬਾਣੀ ਕੀ ਆਂਦੀ ਆ? ਬਾਣੀ ਆਂਦੀ ਨਾ 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 ਨਾ। ਧਿਆਨ ਨਾਲ ਸੁਣਿਓ। ਜਿਹੜਾ ਬੰਦਾ ਕੰਮ ਨਾ ਕਰਦਾ, ਹੁਣ ਕਈ ਵਾਰੀ ਨਾ ਕਈ ਬੰਦੇ ਗ੍ਰਸਤੀ ਵਿਆਹ ਕਰਾ ਲਿਆ, ਬੱਚੇ ਹੋ ਗਏ, ਪਤਨੀ ਲੋਕਾਂ ਦੇ ਬਰਤਨ ਮਾਂਜ ਕੇ ਘਰ ਦਾ ਗੁਜ਼ਾਰਾ ਕਰਦੀ ਤੇ ਪਤੀ ਨਸ਼ੇ ਪੀ ਕੇ, ਉਹਨੂੰ ਪਤਾ ਹੀ ਨਹੀਂ ਮੇਰੇ ਬੱਚੇ ਕਿਹੜੇ ਸਕੂਲ 'ਚ ਪੜ੍ਹਦੇ, ਉਲਟਾ ਆਪਣੀ ਪਤਨੀ ਨੂੰ ਕੁੱਟਦਾ ਹੈ, ਮਾਰਦਾ ਹੈ। ਤੇ ਅਸੀਂ ਉਹਨੂੰ ਡੰਗਰ ਕਹਿੰਦੇ ਆ, ਪਸ਼ੂ ਕਹਿ ਦਿੰਦੇ ਆ। ਲਾਗੇ ਪਸ਼ੂ ਖਲੋਤੇ ਕਹਿੰਦੇ ਆ ਤੁਸੀਂ ਸਾਡੀ ਬੇਇੱਜ਼ਤੀ ਕੀਤੀ ਇਹਨੂੰ ਪਸ਼ੂ ਕਹਿ ਕੇ। ਪੁੱਛੋ ਕਿਉਂ? ਕਿਸੇ ਨੇ 5-7 ਮੱਝਾਂ ਰੱਖੀਆਂ ਹੋਣ, ਗਾਵਾਂ ਰੱਖੀਆਂ ਹੋਣ, ਅਗਲਾ ਉਹਦਾ ਦੁੱਧ ਵੇਚ ਕੇ ਬੱਚਿਆਂ ਦੇ ਸਕੂਲ ਦੀ ਫੀਸ ਤਾਰਦਾ, ਗੱਡੀਆਂ 'ਚ ਡੀਜ਼ਲ ਪੈਟਰੋਲ ਪੈਂਦਾ, ਘਰ ਦੀ ਬਿਜਲੀ ਦਾ ਬਿੱਲ ਦੁੱਧ ਤੋਂ ਤਾਰਿਆ ਜਾਂਦਾ। ਤੇ ਸਤਿਗੁਰ ਦੀ ਬਾਣੀ ਕਹਿੰਦੀ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਅੱਗੇ ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਨਾਮ ਤੋਂ ਸਖਣੇ ਬੰਦੇ ਤ੍ਰਿਗ ਜੀਵਨ, ਲਾਹਨਤ ਇਹੋ ਜਿਹੇ ਜੀਵਨ ਤੇ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ। ਕਈ ਕਹਿੰਦੇ ਸਾਨੂੰ ਰੱਬ ਨੇ ਕੀ ਦਿੱਤਾ, ਅਸੀਂ ਕਿਉਂ ਸ਼ੁਕਰਾਨਾ ਕਰੀਏ। ਆ ਕਿਸੇ ਸਬਜ਼ੀ ਮੰਡੀ ਚਲ ਜਾਓ, ਟਰੱਕਾਂ ਦੇ ਟਰੱਕ ਫਰੂਟ ਸਬਜ਼ੀ ਆਉਂਦੀ, ਇਹ ਕੌਣ ਖਾਂਦਾ ਜੀ? ਕਿਹਦੇ ਲਈ ਹੈ? ਆਪਣੇ ਆਪ ਨੂੰ ਕਹੋ ਮੇਰੇ ਲਈ। ਕਿਸੇ ਬਾਜ਼ਾਰ 'ਚ ਲੰਘ ਜਾਓ, ਪਸ਼ੂ ਪੰਛੀ ਜਾਨਵਰਾਂ ਦੇ ਸੰਬੰਧ ਨਾਲ ਤੇ 2-4 ਹੀ ਦੁਕਾਨਾਂ ਹੁੰਦੀਆਂ, ਬਾਕੀ ਜਿਹੜੀ ਮਰਜ਼ੀ ਬਾਜ਼ਾਰ 'ਚ ਵੜ ਜਾਓ, ਕੱਪੜਿਆਂ ਤੋਂ ਲੈ ਕੇ ਗਰੋਸਰੀ ਤੱਕ, ਇਹ ਸਾਰੀਆਂ ਦੁਕਾਨਾਂ ਦਾ ਸੰਬੰਧ ਕਿਹਦੇ ਨਾਲ ਹੈ ਜੀ? ਬੰਦੇ ਨਾਲ।
कपड़ा तेरे लिए, सब्जियां तेरे लिए, फ्रूट तेरे लिए, बेकरी तेरे लिए, मठियाइयां तेरे लिए। तो बंदा की आंदा मैनू खाण लई की दिता। खांदियां खांदियां मूँह कट्ठा, पहनंदियां सब अंग, कपड़ा पहनदे अंग बिरद हो गया, खांदियां दंद घस गए। त्रिगत ना का जीविया जिन सच न लगो रंग। लाणत इहो जे जीवन ते जिहदे भी सच नाल प्यार नहीं बनिया। गुरमत सुण कच ज्ञान न उपजो, पछ ज्यों उदर भरो। अखीरली तो कहो नानक प्रभ बिरद पुछानो। हे मालिक जी अपने बिरद की पहचान करो। तब हो पतत तरो, ताई मेरे वर्गा पतत डिगया होया तर सकता है, बुरियां कामों तो बच सकता है, ये सहम वाली जिंदगी चों बाहर निकल सकता है। प्यारिओ, किसानी अंदोलन 11वां महीना चल रहा है। किसान मजदूर लगातार दिल्ली के ਵੱਖ-ਵੱਖ ਬਾਰਡਰਾਂ ਤੇ बैठे हुए ने। ਆਪਾਂ कल भी गल की सी, अन्नियां बोलियां सरकारां नूं ये दिस नहीं रहा। पहुंचो, हाज़री लवाओ, समा कढ़ो। एक किसानी अंदोलन ने कित्थे कित्थे किन्नी जगह बनाई है। मैं 2 एग्जाम्पल देवांगा तुहाडे सामने। कानपुर पिछले दिनी दीवान ते जाण दा मौका मिलिया। एक बजुर्ग आए, एक लिफाफा रख गए। जदों असीं आण के उन्होंने फोल के वेख्या, उहदे च 5000 रुपया। तो पता की लिखिया, पुत्र बेटा, जिवें एक बाप अपने पुत्र की ड्यूटी लाउंदा है, बेटा पुत्र ये मेरे वालों पैसा उन्हां किसान वीरां दे उत्ते खर्च कर दिओ, जिहड़े दिन रात साडे लई उत्थे लंबे टाइम तो जंग लड़ रहे हैं। दूजी एग्जाम्पल तुहाडे गुरुद्वारे की रात दी। एक बापू जी जदों मैं इत्थों दीवान तो उठ के समाप्ति करके आ उत्थे बैठा सी, एक बापू जी राती एक लिफाफा फड़ा के गए मैनू। जे वो बापू जी हैगे ने तो मेरी हाथ जोड़ के बेनती है, तरला है, एक बार संगत विच खड़े हो जाओ। मैं मूँह नहीं वेख सकिया उस बापू जी का। रात वो लिफाफा फड़ा गए, पर मैं उनका चेहरा नहीं वेख सकिया क्योंकि मेरा मूँह इनू सी। वो बापू जी लिफाफा मेरे हाथ में फड़ा गए, मैं नाल ही मनप्रीत सिंह नूं ला के फड़ाता। मैं कहा वेख लो कुछ। वो जाके असीं कमरे च वेख्या जदों असीं इत्थों चले गए। हुण उहदे च की है मैं बाद भी दसांगा, पर मैं चाहुंदा जे बापू जी हैगे ने तो जरूर खड़े होने एक बार। मैनूं हुण पता नहीं वो बापू जी किहड़े, क्योंकि मैं चेहरा वेख नहीं सकिया, मेरा ध्यान नहीं सी उधर। जे किसी नूं माड़ी मोड़ नॉलेज है रात दीवान च आया सी तो जरूर दसो, हैगे ने बापू जी इत्थे? किसी ने रात वेख्या सी वो बापू जी किहड़े ने? प्यारिओ, कोई माड़ी मोड़ नॉलेज रखता होवे, जे इन्ना पता भी वो बापू जी कित्थों आए सी, पता होएगा ना किहड़े गली चों किहड़े महल्ले चों वेख्या होएगा जिहड़े लागे वीर बैठे सी। चलो सुना जरूर पहुँचाओ साडा बापू जी तक। वो बापू जी ने जो लिफाफा दिता, जो असीं गए उहदे च 5000 रुपया ते नाल लिखिया सी एक किसान वीरां लई है। जिहड़ी अगली गल दस्सण लगा वो सुणिओ। उहदे विच एक सोने की चैन है, वो विच रख गया। जो असीं जाके वेख्या, मेरे ख्याल तोले 1.5 तोले की सोने की चैन होएगी। सब तो पहली गल साढ़े ते विश्वास किना उस बापू ने कि जे मैं इन्हां नूं दे रहा तो इस सोने की चैन का पैसा एक किसान वीरां दे उत्ते लाउणगे। सब तो पहली गल उन्होंने साढ़े ते विश्वास किना कीता जिहदा मैं चेहरा भी नहीं वेख सकिया। ये एग्जाम्पल है जिहड़ियां सरकारां कहंदियां भी किसान नहीं है। कदी मंदिरां नूं सोने दियां पालकियां नूं इधर नूं लोग सोना दे के आउंदे सी, अज कहंदे ने नहीं, जे मेरे घर च कोई महंगी तो महंगी चीज़ पई है मैं अपने किसान भरावां लई लैके जावां, जिन्हां दी बदौलत मेरे घर च सवेरे डाइनिंग टेबल ते दुध दही ते प्रशादा पकदा है। सब तो वड्डी गल है विश्वास। ते मैं अरदास की दाता ये विश्वास बनाया रखी। ये यैर है
ਜਿਹੜੇ ਲੋਕ ਜ਼ਹਿਰ ਖਾਂਦੇ ਨੇ ਨਿਕਲਦਾ ਬੜਾ ਕਸੂਤਾ ਹੈ, ਸੱਚ ਹੈ। ਜਿਹੜੇ ਲੋਕ ਇਸ ਕਮਾਈ ਨੂੰ ਆਪਣੇ ਨਿੱਜ ਲਈ ਵਰਤਦੇ ਨੇ, ਔਲਾਦ ਵਿੱਚੋਂ, ਬੱਚਿਆਂ ਚੋਂ, ਪਰਿਵਾਰ ਚੋਂ ਨਿਕਲਦਾ। ਪਰ ਮੈਂ ਉਸ ਬਾਪੂ ਦੀ ਸੱਚੀ ਗੱਲ ਕਹਿਣਾ, ਪਤਾ ਨਹੀਂ ਕੀ ਮਨ 'ਚ ਬਜ਼ੁਰਗ ਦੇ ਆਇਆ, ਨਹੀਂ ਤੇ ਜਿੰਨੇ ਪੈਸੇ ਦਿੱਤੇ ਉਹ ਵੀ ਬਹੁਤ ਸੀ, ਪਰ ਉਸ ਬਜ਼ੁਰਗ ਦੀ ਭਾਵਨਾ ਵੇਖੋ। ਕਦੀ ਟੋਕਰੀਆਂ ਸੋਨੇ ਦੀਆਂ ਮੁੰਦਰੀਆਂ ਲੋਕੀ ਲਾ ਕੇ ਦਿੰਦੇ ਸੀ, ਮੈਂ ਫਲਾਣੇ ਥਾਂ ਤੇ ਚੜਾ ਕੇ ਆਵਾਂ। ਉਸ ਬਜ਼ੁਰਗ ਨੂੰ ਉਹਨਾਂ ਬਜ਼ੁਰਗਾਂ 'ਚ ਕੀ ਦੱਸਿਆ ਕਿ ਉਹ ਜਿਹੜੇ ਉੱਥੇ, ਇਹ ਸੋਚ ਲੈਣਾ ਚਾਹੀਦਾ ਇਹ ਅੰਦੋਲਨ ਕੱਲੇ ਕੱਲੇ ਬੱਚੇ ਤੇ ਬਜ਼ੁਰਗ ਅੰਦਰ ਆਪਣਾ ਘਰ ਕਰ ਚੁੱਕਾ ਹੈ। ਇਹ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਹੈ ਜਿਹੜਾ ਤੁਸੀਂ ਕਹਿੰਦੇ ਹੋ ਇਹ ਕਿਸਾਨ ਨਹੀਂ ਹੈ। ਮੀਡੀਆ, ਗੋਦੀ ਮੀਡੀਆ ਕਹਿੰਦਾ ਕਿਸਾਨ ਥੋੜਾ ਹੈ। ਜੇ ਕਿਸਾਨ ਨਹੀਂ ਹੈ ਤੇ ਤੁਸੀਂ 2-3 ਵਾਰ ਮੀਟਿੰਗਾਂ ਕਿਹਨਾਂ ਨਾਲ ਕੀਤੀਆਂ ਨੇ? ਜੇ ਕਿਸਾਨ ਨਹੀਂ ਸਨ ਤੇ ਤੁਸੀਂ ਲਗਾਤਾਰ ਮੀਟਿੰਗਾਂ ਕੀਤੀਆਂ। ਕਿਸਾਨ ਹੈ ਉੱਥੇ ਛੋਟੇ ਤੋਂ ਛੋਟਾ ਬੱਚਾ ਤੇ ਵੱਡੇ ਤੋਂ ਵੱਡਾ ਬਜ਼ੁਰਗ ਤੁਹਾਨੂੰ ਕੱਲੀ ਕੱਲੀ ਫਸਲ ਦਾ ਬੀਜ ਦੱਸੇਗਾ, ਕਿੰਨੀ ਫਸਲ ਦਾ ਕਿੰਨਾ ਬੀਜ ਪੈਂਦਾ। 1 ਕਿੱਲੇ 'ਚ ਤੋਰੀਆ ਕਿੰਨਾ ਪੈਂਦਾ ਹੈ, 1 ਕਿੱਲੇ 'ਚ ਸਟਾਲਾ ਕਿੰਨਾ ਪੈਂਦਾ ਹੈ, 1 ਕਿੱਲੇ 'ਚ ਮੱਕੀ ਕਿੰਨੀ ਪੈਂਦੀ ਹੈ, 1 ਕਿੱਲੇ 'ਚ ਕਣਕ ਕਿੰਨੀ ਪੈਂਦੀ ਹੈ। ਇਹ ਕਿਸਾਨ ਨੂੰ ਪਤਾ ਹੈ। ਹੋ ਸਕਦਾ ਕਿਸੇ ਖੇਤੀ ਮੰਤਰੀ ਨੂੰ ਨਾ ਪਤਾ ਹੋਵੇ ਜਿਹੜਾ ਐਗਰੀਕਲਚਰ ਦਾ ਅਫਸਰ ਬਣਿਆ। ਕਿਸਾਨ ਤੇ ਤੁਰਦਾ ਫਿਰਦਾ ਅਫਸਰ ਹੈ। ਉਹਨਾਂ ਬਜ਼ੁਰਗਾਂ ਨੇ ਦਿਨ ਰਾਤ ਆਪਣੇ ਪਿੰਡੇ ਤੇ ਹੰਡਾਏ ਨੇ। ਤੇ ਮੈਂ ਅਰਦਾਸ ਕਰਦਾ, ਮੈਂ ਬਜ਼ੁਰਗ ਵੇਖ ਨਹੀਂ ਸਕਿਆ ਚਿਹਰਾ, ਪਰ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰੇ। ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵਾਅਦਾ ਕਰਦਾ, ਬਾਪੂ ਤੁਹਾਡਾ ਇੱਕ ਇੱਕ ਪੈਸਾ ਉਹਨਾਂ ਕਿਸਾਨ ਬਜ਼ੁਰਗਾਂ ਦੀ ਭਲਾਈ ਵਾਸਤੇ, ਉਹਨਾਂ ਦੀ ਜੋ ਜੋ ਉਹਨਾਂ ਨੂੰ ਲੋੜੀਂਦਾ ਸਮਾਨ ਚਾਹੀਦਾ ਉਹਨਾਂ ਨੂੰ ਦਿੱਤਾ ਜਾਏਗਾ। ਕਿਉਂਕਿ ਅਸੀਂ ਲਗਾਤਾਰ 25-26 ਨਵੰਬਰ ਤੋਂ ਪਿਛਲੇ ਸਾਲ ਤੋਂ ਉੱਥੇ ਬੈਠੇ ਹੋਏ ਹਾਂ। 2-3 ਸਿੰਘ ਸਾਡੇ ਪੱਕੇ ਨੇ। ਜਦੋਂ ਸਮਾਂ ਲੱਗੇ, ਤੁਹਾਡੇ ਤੋਂ ਜ਼ਿਆਦਾ ਦੂਰ ਨਹੀਂ ਹੈ, ਥੋੜ੍ਹੀ ਦੂਰ ਹੈ, ਜ਼ਰੂਰ ਆਇਆ ਕਰੋ। ਐਤਵਾਰ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ। ਵੇਖੋ ਉੱਥੇ ਟਰਾਲੀਆਂ 'ਚ, ਟੈਂਟਾਂ ਵਿੱਚ ਸਾਡੇ ਬਜ਼ੁਰਗ, ਸਰਦੀਆਂ ਲੰਘ ਗਈਆਂ, ਗਰਮੀਆਂ ਲੰਘ ਗਈਆਂ, ਬਰਸਾਤਾਂ ਦਾ ਸਮਾਂ ਵੀ ਲੰਘ ਗਿਆ, ਹੁਣ ਅੱਗੇ ਫਿਰ ਸਰਦੀਆਂ ਆਉਣ ਵਾਲੀਆਂ ਹੋ ਗਈਆਂ। ਪਰ ਸਰਕਾਰ ਨੂੰ ਇਹ ਗੱਲ ਦੱਸ ਦੇਣਾ ਚਾਹੁੰਦੇ ਆ, ਇਹ ਭੁਲੇਖਾ ਦਿਮਾਗ 'ਚੋਂ ਕੱਢਦੇ ਹੋਏ ਥੱਕ ਜਾਣਗੇ, ਅੱਕ ਜਾਣਗੇ। ਜਦੋਂ ਤੱਕ ਤੁਸੀਂ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੇ, ਕਿਸਾਨ ਇੱਥੋਂ ਵਾਪਸ ਨਹੀਂ ਜਾਣਗੇ। ਇਹ ਭਰੋਸਾ ਹੈ, ਵਿਸ਼ਵਾਸ ਹੈ, ਕਿਉਂਕਿ ਇਸ ਅੰਦੋਲਨ ਨੂੰ ਹਰ ਇੱਕ ਦਾ ਸਹਿਯੋਗ ਹੈ। ਪਿੰਡਾਂ ਦਾ, ਸ਼ਹਿਰਾਂ ਦਾ, ਹਰ ਇੱਕ ਵਰਗ ਨੇ ਆਪਣੇ ਵੱਲੋਂ ਤਨ ਮਨ ਧਨ ਦੇ ਨਾਲ ਸਹਿਯੋਗ ਬਖਸ਼ਿਸ਼ ਕੀਤਾ ਹੈ। ਸਾਰਿਆਂ ਦਾ ਧੰਨਵਾਦ। ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ, ਜਿਨ੍ਹਾਂ ਨੇ ਸਾਡੇ ਲਈ ਪੂਰਨੇ ਪਾਏ, ਜਿਨ੍ਹਾਂ ਨੇ ਸਾਡੇ ਲਈ ਸ਼ਬਦ ਬਾਣੀ ਉਚਾਰਨ ਕਰਕੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦਿੱਤਾ। ਆਓ ਸਿਰ ਉੱਚਾ ਚੁੱਕ ਕੇ ਅਣਖ ਗੈਰਤ ਵਾਲਾ ਜੀਵਨ ਬਤੀਤ ਕਰੀਏ। ਕਿੰਨੇ ਦਿਨ ਦੁਨੀਆ ਤੇ ਰਹਿਣੇ ਨੇ ਇਹ ਮਹੱਤਵਪੂਰਨ ਨਹੀਂ, ਪਰ ਕਿੱਦਾਂ ਰਹਿੰਦੇ ਆ ਇਹ ਮਹੱਤਵਪੂਰਨ ਹੈ। ਆਓ ਚੰਗੇ ਕੰਮ ਕਰੀਏ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ 'ਚੋਂ ਬਾਹਰ ਨਿਕਲ ਕੇ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾਉਣ ਦਾ ਯਤਨ ਕਰੀਏ। ਚੰਗੇ ਕੰਮ ਕਰਨ ਦੀ ਆਦਤ ਪਾਈਏ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਤਿਕਾਰਯੋਗ ਗ੍ਰੰਥੀ ਸਾਹਿਬਾਨ, ਭਾਈ ਸਾਹਿਬਾਨ, ਜਿੰਨੇ ਵੀ ਤੁਸੀਂ ਸੰਗਤਾਂ ਦੂਰਾਂ ਨੇੜਿਆਂ ਤੋਂ ਚੱਲ ਕੇ ਸਤਿਗੁਰ ਦੀ ਹਜ਼ੂਰੀ ਵਿੱਚ 2 ਦੀਵਾਨਾਂ ਦੀ ਹਾਜ਼ਰੀ ਭਰੀ ਹੈ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਅਖੀਰ ਤੇ ਬੇਨਤੀ ਹੈ, ਸਹਿਜ ਪਾਠ ਆਪ ਕਰਿਆ ਕਰੋ। ਭਾਵੇਂ ਇੱਕ ਸ਼ਬਦ, ਅੱਧਾ ਸ਼ਬਦ, ਇੱਕ ਪੌੜੀ ਰੋਜ਼ ਪੜ੍ਹੋ, ਪਰ ਆਪ ਸਤਿਗੁਰ ਦੀ ਬਾਣੀ ਰੋਜ਼ ਪੜ੍ਹਨ ਵਿਚਾਰਨ ਦੀ ਕੋਸ਼ਿਸ਼ ਕਰਿਆ ਕਰੋ, ਤਾਂ ਕਿ ਸਾਨੂੰ ਸਤਿਗੁਰ ਦੀ ਬਾਣੀ ਆਪ ਪੜ੍ਹਨ ਦੀ ਆਦਤ ਪਵੇ, ਗੁਰੂ ਦਾ ਉਪਦੇਸ਼ ਸਾਡੀ ਜ਼ਿੰਦਗੀ 'ਚ ਵਸ ਸਕੇ। ਸਾਰਿਆਂ ਦਾ ਧੰਨਵਾਦ ਜੀ। ਫਿਰ ਸਮਾਂ ਬਣਿਆ, ਫਿਰ ਤੁਹਾਡੇ ਦਰਸ਼ਨ ਕਰਾਂਗੇ। ਇੱਕ ਬੇਨਤੀ ਅਖੀਰ ਤੇ ਉਹ ਦੁਬਾਰਾ ਕਰਦਾ, ਕੋਸ਼ਿਸ਼ ਕਰਿਆ ਕਰੋ ਐਤਵਾਰ ਆਪਣੇ ਪਰਿਵਾਰ ਲੈ ਕੇ, ਬੱਚਿਆਂ ਨਾਲ, ਭਾਵੇਂ 2 ਘੰਟੇ, ਕਦੀ ਟਿਕਰੀ ਬਾਰਡਰ, ਕਦੀ ਗਾਜੀਪੁਰ, ਕਦੀ ਸਿੰਘੂ ਕੁੰਡਲੀ ਬਾਰਡਰ, ਬੱਚਿਆਂ ਨੂੰ ਖਾ ਕੇ ਲਿਆਓ ਕਿ ਪੁੱਤਰ ਇਹ ਕਿਸਾਨ ਜਿਹੜੇ ਸਾਡੇ ਦਿਨ ਰਾਤ ਮਿਹਨਤ ਕਰਦੇ ਨੇ, ਤਪੱਸਿਆ ਕਰਦੇ ਨੇ, ਤੇ ਇੱਕ ਸਭ ਤੋਂ ਵੱਡਾ ਭੁਲੇਖਾ ਦੂਰ ਕਰਤਾ ਵੀ ਕਿਸਾਨ ਅਨਪੜ੍ਹ ਹੈ। ਨਹੀਂ, ਪੜ੍ਹੇ ਲਿਖੇ ਨੇ। ਉਹਨਾਂ ਵਿੱਚ ਡਾਕਟਰ ਸਵੈਮਾਨ ਸਿੰਘ ਵਰਗੇ ਵੀਰ ਜਿਹੜੇ ਵਿਦੇਸ਼ਾਂ 'ਚ ਜਿਹੜੇ ਉੱਥੇ ਰਹਿ ਕੇ ਉਹਨਾਂ ਦੇ ਅੰਦਰ ਦਰਦ ਹੈ ਤੇ ਲਗਾਤਾਰ ਟਿਕਰੀ ਬਾਰਡਰ ਤੇ ਉਹ ਸੇਵਾਵਾਂ ਅਰਪਣ ਕਰ ਰਹੇ ਨੇ। ਆਓ ਆਪਣੀ ਸੋਚ ਵਿੱਚ ਗੁਰੂ ਦਾ ਸ਼ਬਦ, ਗੁਰੂ ਦੀਆਂ ਵਿਚਾਰਾਂ ਲੈ ਕੇ ਆਈਏ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਸਾਰਿਆਂ ਦਾ ਧੰਨਵਾਦ। ਮਾਲਕ ਕਿਰਪਾ ਕਰੇ ਜਲਦੀ ਤੋਂ ਜਲਦੀ ਇਹ ਕਾਨੂੰਨ ਰੱਦ ਹੋਣ ਤੇ ਕਿਸਾਨ ਖੁਸ਼ੀ ਖੁਸ਼ੀ ਆਪੋ ਆਪਣੇ ਘਰਾਂ ਨੂੰ ਵਾਪਸ ਜਾਣ।
ਇਹਨੇ ਇੱਕ ਬਚਨ ਪ੍ਰਵਾਨ ਕਰਨੇ। ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਤੇ ਬੇਨਤੀ ਹੈ,